एक नजर एक नजर एक नजर। सत श्री अकाल दर्शकों, मैं हाँ तुहाडा अपना होस्ट सतिंदर सिंह मीरथल। तुसी देख रहे हो TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਆਪ ਸਭ ਜਾਣਦੇ ਹੋ ਕਿ ਅਸੀਂ ਆਪਣੇ ਇਸ ਸ਼ੋਅ ਦੇ ਵਿੱਚ ਉਹਨਾਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਜਿਨ੍ਹਾਂ ਨੇ ਵੱਖ-ਵੱਖ ਖੇਤਰ ਦੇ ਵਿੱਚ ਮੱਲਾਂ ਮਾਰੀਆਂ ਨੇ ਤੇ ਮਾਣ-ਤਾਣ ਹਾਸਿਲ ਕੀਤਾ ਹੈ। ਜੀ ਹਾਂ, ਅੱਜ ਸਾਡੇ ਇਸ ਸ਼ੋਅ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਮੌਜੂਦ ਹੈ ਜੋ ਕਿਸੇ ਵੀ ਤਾਰੀਫ ਦੀ ਮੁਹਤਾਜ ਨਹੀਂ ਅਤੇ ਉਹਨਾਂ ਨੇ ਸਿੱਖ ਸ਼ਖਸੀਅਤ ਹੋਣ ਦੇ ਨਾਲ-ਨਾਲ ਪਿੰਡਾਂ-ਪਿੰਡ ਜਾ ਕੇ ਬੱਚਿਆਂ ਨੂੰ ਗੁਰੂ ਅਤੇ ਗੁਰਬਾਣੀ ਦੀ ਸੰਥਿਆ ਦਿੱਤੀ ਹੈ। ਜੀ ਹਾਂ, ਮੈਂ ਜ਼ਿਕਰ ਕਰ ਰਿਹਾ ਹਾਂ ਸੁਖਚੈਨ ਸਿੰਘ ਗੋਪਾਲਾ ਜੀ, ਜੋ ਕਿ ਇਸ ਵੇਲੇ ਸਿੱਖ ਯੂਥ ਸੇਵਾ ਦਲ ਨੂੰ ਚਲਾ ਰਹੇ ਹਨ। ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ ਤੇ ਜਾਣਦੇ ਹਾਂ ਇਹਨਾਂ ਦੇ ਸੇਵਾ ਦਲ ਦੀ ਕਾਰਗੁਜ਼ਾਰੀ ਦੇ ਬਾਰੇ ਦੇ ਵਿੱਚ। ਸੋ ਸਿੰਘ ਸਾਹਿਬ ਜੀ, ਆਪ ਜੀ ਦਾ ਸਾਡੇ ਇਸ ਸ਼ੋਅ ਦੇ ਉੱਪਰ ਆਉਣ ਤੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਜੀ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਪਿੰਡਾਂ ਦੇ ਵਿੱਚ ਬੜੀਆਂ ਸਮੱਸਿਆਵਾਂ ਨੇ। ਪਿੰਡਾਂ ਦੇ ਵਿੱਚ ਅਗਰ ਅਸੀਂ ਦੇਖੀਏ ਤਾਂ ਗੁਰੂ ਘਰ ਤਾਂ ਬਹੁਤ ਨੇ, ਪਰ ਕਿਤੇ ਨਾ ਕਿਤੇ ਅਗਰ ਪਿੰਡ ਦੇ ਆਵਾਮ ਦੀ ਗੱਲ ਕਰੀਏ, ਪਿੰਡ ਦੀ ਸੰਗਤ ਦੀ ਗੱਲ ਕਰੀਏ ਤਾਂ ਨਾ ਤਾਂ ਉਹਨਾਂ ਨੂੰ ਗੁਰਬਾਣੀ ਪੜ੍ਹਨੀ ਆਉਂਦੀ ਹੈ, ਨਾ ਜਪਜੀ ਸਾਹਿਬ ਦਾ ਚੰਗੀ ਤਰੀਕੇ ਨਾਲ ਪਾਠ ਕਰਦੇ ਨੇ। ਇੱਥੋਂ ਤੱਕ ਕਿ 10 ਗੁਰੂਆਂ ਦਾ ਨਾਮ ਵੀ ਜਿਹੜਾ ਹੈ ਉਹਨਾਂ ਦੀ ਜ਼ੁਬਾਨ ਦੇ ਉੱਪਰ ਨਹੀਂ ਹੈ। 4 ਸਾਹਿਬਜ਼ਾਦਿਆਂ ਦਾ ਨਾਮ ਵੀ ਨਹੀਂ ਆਉਂਦਾ। ਆਪ ਜੀ ਦਾ ਸੇਵਾ ਦਲ ਹੈ, ਪਿੰਡਾਂ-ਪਿੰਡ ਜਾਂਦਾ ਹੈ, ਪਿੰਡਾਂ-ਪਿੰਡ ਜਾ ਕਰਕੇ ਗੁਰਬਾਣੀ ਦੀ ਸੰਥਿਆ ਦਿੰਦਾ ਹੈ। ਸੋ ਅਸੀਂ ਸਭ ਤੋਂ ਪਹਿਲਾਂ ਜਾਣਨਾ ਚਾਹਾਂਗੇ ਕਿ ਕੀ ਸਮੱਸਿਆਵਾਂ ਨੇ ਜਿਹੜੀਆਂ ਪਿੰਡਾਂ ਤੇ ਕਸਬਿਆਂ ਦੇ ਵਿੱਚ ਨੇ ਗੁਰੂ, ਗੁਰਬਾਣੀ ਅਤੇ ਗੁਰਮਤਿ ਨੂੰ ਲੈ ਕੇ। ਹਾਂਜੀ, ਵੇਖੋ ਜੀ, ਗੱਲ ਇੱਦਾਂ ਵਾ ਕਿ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ, ਸਵਾਲ ਦਾ ਜਵਾਬ ਕੁਝ ਤੁਹਾਡੀਆਂ ਗੱਲਾਂ ਹੀ ਸੀ ਜੀ, ਕਿ ਜਿਸ ਤਰ੍ਹਾਂ ਤੁਸੀਂ ਗੱਲ ਕਹੀ ਕਿ ਪਿੰਡਾਂ ਦੇ ਵਿੱਚ ਕਿਉਂ ਨਹੀਂ ਹੈ। ਜਦੋਂ ਆਪਾਂ ਜਾਂਦੇ ਹਾਂ, ਅਸੀਂ ਪਿੰਡਾਂ ਦੇ ਵਿੱਚ ਵਿਚਰੇ, ਉੱਥੇ ਸਭ ਤੋਂ ਮੇਨ ਗੱਲ ਹੀ ਆ ਜਿਹੜੀ ਤੁਸੀਂ ਆਰੰਭ ਦੇ ਵਿੱਚ ਕਰ ਦਿੱਤੀ, ਆਪ ਹੀ ਕਰ ਦਿੱਤੀ, ਤੁਸੀਂ ਸੁਲਝੇ ਹੋਏ ਹੋ ਜੀ, ਕਿ ਜਦੋਂ ਪਿੰਡਾਂ ਦੇ ਵਿੱਚ ਅਸੀਂ ਗਏ ਇਸ ਚੀਜ਼ ਨੂੰ ਲੈ ਕੇ, ਚਲੋ ਇਹ ਤਾਂ ਸਾਡਾ ਫਰਜ਼ ਸੀ ਪਿੰਡਾਂ 'ਚ ਜਾਣਾ, ਇਹ ਤਾਂ ਸਿੱਖ ਦਾ ਫਰਜ਼ ਹੈ, ਇਹ ਤਾਂ ਜੇ ਕੁਝ ਸਿੱਖਿਆ ਕੁਝ ਤੇ ਆਪਣੇ ਗੁਆਂਢੀ ਨੂੰ, ਆਪਣੇ ਭਰਾ ਨੂੰ, ਆਪਣੇ ਵੀਰ ਨੂੰ, ਸਿੱਖ ਭਰਾ ਨੂੰ ਸਿਖਾਉਣਾ ਸਾਡਾ ਫਰਜ਼ ਬਣਦਾ। ਵਿਦਿਆ ਲਈ ਹੈ ਤੇ ਦੇਣੀ ਫਰਜ਼ ਬਣਦਾ ਜੀ। ਪਰ ਪਿੰਡਾਂ 'ਚ ਜਦੋਂ ਸਿੱਖ ਯੂਥ ਸੇਵਾ ਦਲ ਲੈ ਕੇ ਗਏ, ਸਭ ਤੋਂ ਵੱਡੀ ਗੱਲ ਹੀ ਸਾਨੂੰ ਅਸਲ ਦੇ ਵਿੱਚ ਵੇਖਣ ਨੂੰ ਇਹ ਮਿਲੀ ਕਿ ਨਗਰਾਂ ਦੇ ਵਿੱਚ ਜਦੋਂ ਬੱਚਿਆਂ ਨੂੰ, ਬੱਚੇ 15-15 ਸਾਲ ਦੇ, 16-16 ਸਾਲ ਦੇ, 9ਵੀਂ ਕਲਾਸ ਦੇ ਬੱਚੇ, 10ਵੀਂ ਕਲਾਸ ਦੇ ਬੱਚੇ ਸਾਡੇ ਕੋਲ ਆਉਂਦੇ ਨੇ। ਲੋੜ ਹੈ, ਲੋੜ ਦਾ ਪਤਾ ਲੱਗਦਾ ਜਦੋਂ ਅਨਾਉਂਸਮੈਂਟ ਕਰਦਾ ਗ੍ਰੰਥੀ ਸਿੰਘ ਕਿ ਸਿੱਖ ਯੂਥ ਸੇਵਾ ਦਲ ਵਾਲੇ ਗੁਰਬਾਣੀ ਦੀ ਸੰਥਿਆ ਕਰਾਉਣ ਵਾਸਤੇ ਆਏ ਨੇ ਜਾਂ ਉਹ ਸਿੱਖ ਇਤਿਹਾਸ ਤੋਂ ਜਾਣੂ ਕਰਾਉਣ ਵਾਸਤੇ ਪਹੁੰਚੇ ਨੇ, ਤੁਸੀਂ ਪਹੁੰਚੋ। ਉਤਸ਼ਾਹ ਹੈ, ਬੱਚੇ ਆਉਂਦੇ ਨੇ, ਉਹਨਾਂ ਦੇ ਅੰਦਰ ਦਰਦ ਆ, ਉਹਨਾਂ ਦੇ ਮਾਪਿਆਂ ਦੇ ਅੰਦਰ ਵੀ ਦਰਦ ਆ ਕਿ ਹਾਂ ਸਾਡਾ ਬੱਚਾ ਅੱਜ ਦੇ ਸਮੇਂ ਨੂੰ ਮੁੱਖ ਰੱਖ ਕੇ, ਅੱਜ ਦੇ ਸਮੇਂ ਤੋਂ ਭੈ ਖਾ ਕੇ, ਡਰ ਖਾ ਕੇ ਕਿ ਸਾਡਾ ਬੱਚਾ ਨਸ਼ਿਆਂ ਤੋਂ ਬਚ ਜਾਏ, ਸਾਡਾ ਬੱਚਾ ਕੁਰੀਤੀਆਂ ਤੋਂ ਬਚ ਜਾਏ, ਸਾਡਾ ਬੱਚਾ ਪਤਤ ਪੁਣੇ ਤੋਂ ਬਚ ਜਾਏ, ਸ਼ੁਕਰ ਮਨਾਉਂਦੇ ਨੇ। ਤੇ ਉਹ ਇਸ ਚੀਜ਼ ਨੂੰ ਅੱਜ ਦੇ ਸਮੇਂ ਤੋਂ ਡਰਦੇ ਹੋਏ ਬੱਚਿਆਂ ਨੂੰ ਬੜੀ ਖੁਸ਼ੀ ਨਾਲ ਭੇਜਦੇ ਨੇ। ਤੇ ਜਦੋਂ ਕਲਾਸ ਦੇ ਵਿੱਚ ਬੱਚਾ ਆਣ ਕੇ ਬੈਠਦਾ, ਜਦੋਂ ਸੰਥਿਆ ਕਰਾਈਦੀ ਆ, ਤੇ ਜਦੋਂ ਸਿੱਖ ਇਤਿਹਾਸ ਤੋਂ ਪੁੱਛਿਆ ਜਾਂਦਾ, ਸਵਾਲ ਅਸੀਂ ਕਰਦੇ ਆ ਕਿ ਜਰਨਲ ਨੌਲੇਜ ਦੇ ਵਿੱਚ ਤੁਹਾਨੂੰ ਪਤਾ ਫਿਲਮੀ ਜਿਹੜੇ ਐਕਟਰ ਨੇ, ਜਿਹੜੇ ਇਹਨਾਂ ਦੇ ਨਾਵਾਂ ਦਾ ਪਤਾ ਤੁਹਾਨੂੰ? ਆ ਦੂਸਰੇ ਜਿਹੜੇ ਨੇ ਤੁਸੀਂ ਫਿਲਮਾਂ ਦੇ ਵਿੱਚ ਵੇਖਦੇ ਹੋ, ਇਹਨਾਂ ਦੇ ਨਾਵਾਂ ਤੋਂ ਜਾਣੂ ਜੇ ਤੁਸੀਂ ਵੀ ਕਿਹਦਾ ਨਾਂ ਕੀ ਆ, ਕਿਹਦੇ ਬੇਟੇ ਦਾ ਨਾਂ ਕੀ ਆ? ਤੇ ਬੜੀ ਛੇਤੀ ਉਹ ਇਸ ਚੀਜ਼ ਨੂੰ ਦੱਸਦੇ ਨੇ, ਹਾਂ ਪਤਾ। ਕਾਰਨ ਕੀ? ਕਿਉਂਕਿ ਉਹ ਮੀਡੀਆ ਰਾਹੀਂ ਹਰ ਚੀਜ਼ ਨੂੰ ਉਧਰ ਧਿਆਨ ਦੇ ਰਹੇ, ਤਰਜੀਹ ਦੇ ਰਹੇ ਆ, ਪਰ ਤਰਜੀਹ ਇੱਧਰ ਦੇਣ ਵਾਲਾ ਜਿਹੜਾ ਸਹਿਯੋਗ ਜਿਹੜਾ ਉਹਦੇ ਵਿੱਚ ਮੁਸ਼ਕਲ ਆ ਰਹੀ ਹੈ। ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਨਾਂ, ਪੁੱਤਰਾਂ ਦੇ ਨਾਵਾਂ ਦਾ ਨਹੀਂ ਪਤਾ ਬੱਚਿਆਂ ਨੂੰ ਜੀ। ਪਿੰਡਾਂ 'ਚ ਵੇਖਣ ਨੂੰ ਮਿਲਿਆ ਸਾਨੂੰ 4 ਸਾਹਿਬਜ਼ਾਦਿਆਂ ਦੇ, ਅਸੀਂ ਜਦੋਂ ਪੁੱਛਦੇ ਹਾਂ, ਸਵਾਲ ਕਰਦੇ ਹਾਂ ਵੀ 4 ਸਾਹਿਬਜ਼ਾਦਿਆਂ ਦੇ ਨਾਂ ਯਾਦ ਨੇ। ਦੁੱਖ ਦੀ ਗੱਲ ਹੈ ਕਿ ਕਈ ਬੱਚਿਆਂ ਨੂੰ ਨਹੀਂ ਯਾਦ। ਇਹ ਕਮਜ਼ੋਰੀ ਉਹਨਾਂ ਬੱਚਿਆਂ ਦੀ ਨਹੀਂ, ਇਹ ਕਮਜ਼ੋਰੀ ਉਹਨਾਂ ਦੇ ਮਾਪਿਆਂ ਦੀ ਵੀ ਆ, ਤੇ ਇਹ ਕਮਜ਼ੋਰੀ ਸਾਡੇ ਵਿੱਚ ਸਭ ਤੋਂ ਵੱਡੀ ਕਿ ਅਸੀਂ ਪ੍ਰਚਾਰ ਲੈ ਕੇ, ਇਹ ਚੀਜ਼ ਲੈ ਕੇ ਅਸੀਂ ਪਿੰਡਾਂ ਤੱਕ ਪਹੁੰਚ ਨਹੀਂ ਸਕੇ। ਬਿਲਕੁਲ ਠੀਕ ਹੈ। ਦੁੱਖ ਦੀ ਗੱਲ ਜਿਹੜੀ ਸਭ ਤੋਂ ਵੱਡੀ ਉੱਥੇ ਫਿਰ ਜਾ ਕੇ ਉਚਾਰਨ ਦੀ ਜਿਹੜੀ ਗੱਲ ਹੈ, ਬੱਚਿਆਂ ਨੇ ਗੁਰਬਾਣੀ ਤਾਂ ਕੰਠ ਕਰ ਲਈ, ਬੱਚਿਆਂ ਨੇ ਸਹਿਜ ਪਾਠ ਵੀ ਕੀਤੇ, ਠੀਕ ਹੈ, ਉਹਨਾਂ ਨੂੰ ਸਕੂਲਾਂ ਦੇ ਵਿੱਚ ਕਰਵਾਏ ਗਏ, ਚੰਗੀ ਗੱਲ ਹੈ। ਸਿਮਰਨ ਕਰਨਾ, ਬਾਣੀ ਪੜ੍ਹਨੀ, ਗੁਰਬਾਣੀ ਕੰਠ ਕਰਨੀ ਬਹੁਤ ਚੰਗੀ ਗੱਲ ਹੈ, ਪਰ ਉਚਾਰਨ ਦੀ ਲੋੜ ਸੀ। ਜਦੋਂ ਉਚਾਰਨ ਪੁੱਛਿਆ ਗਿਆ, 3 ਦਿਨ ਮੂਲ ਮੰਤਰ ਦੀ ਸੰਥਿਆ ਤੇ ਵੀ ਕਈ ਵਾਰ ਕਈ ਬੱਚਿਆਂ ਤੇ 3 ਦਿਨ ਲੱਗੇ ਕਿ ਇੱਕ ਓੰਕਾਰ ਦਾ ਉਚਾਰਨ ਵੀ ਜਿਹੜਾ ਉਹ ਬੜੀ ਮੁਸ਼ਕਲ ਦੇ ਨਾਲ ਰਸਨਾ ਤੇ ਚੜਿਆ, ਜ਼ੁਬਾਨ ਤੇ ਚੜਿਆ। ਵਾਹ ਜੀ।
ਇੱਕ ਓੰਕਾਰ ਕਹਿਣਾ ਜਿਹੜਾ ਉਹਨੂੰ ਇੱਕ ਮਕਾਰ ਕਿਹਾ ਜਾ ਰਿਹਾ ਸੀ, ਉਹਨੂੰ ਇੱਕ ਓੰਕਾਰ ਕਿਹਾ ਜਾ ਰਿਹਾ ਸੀ। ਤੇ ਇਸ ਕਰਕੇ ਜਿਹੜਾ ਜਪਜੀ ਸਾਹਿਬ ਦਾ ਉਚਾਰਨ ਜਿਹੜਾ ਜਿਹਨੂੰ ਇੱਕ ਵਾਰੀ ਜਪਜੀ ਸਾਹਿਬ ਦਾ ਉਚਾਰਨ ਆ ਜਾਏ, ਲਗ ਮਾਤਰਾ ਆ ਜਾਣ, ਸਮਝ ਆ ਜਾਏ, ਫਿਰ ਉਹ ਰਹਿਰਾਸ ਸਾਹਿਬ ਦੇ ਜਾਪ ਦੇ ਵਿੱਚ ਜੇ ਉਹਨੇ ਸੰਥਿਆ ਨਹੀਂ ਕੀਤੀ ਉਹਨੂੰ ਸਮਝ ਲਗ ਮਾਤਰ ਦੀ ਜ਼ਰੂਰ ਆ ਜਾਏਗੀ। ਜੇ ਉਹ ਸਾਰੀ ਸੰਥਿਆ ਨਹੀਂ ਕਰ ਸਕਿਆ, ਜਪਜੀ ਸਾਹਿਬ ਦੇ ਉਚਾਰਨ ਸ਼ੁੱਧ ਹੋ ਗਿਆ, ਭਾਵੇਂ ਉਹਨੂੰ 5 ਦਿਨ ਲੱਗ ਜਾਣ, 10 ਦਿਨ ਲੱਗ ਜਾਣ, ਲੇਕਿਨ ਉਹਦੇ ਵਿੱਚ ਫਰਕ ਬੜਾ ਪੈਂਦਾ। ਇਹ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਆ ਕਿ ਬੱਚਿਆਂ ਨੂੰ ਉਸ ਕਲਾਸ ਦੇ ਵਿੱਚੋਂ ਇਹ ਚੀਜ਼ ਮਿਲ ਜਾਂਦੀ ਹੈ ਜ਼ਰੂਰ ਗੁਰੂ ਰਾਮਦਾਸ ਦਾ ਆਸਰਾ ਤੱਕ ਕਿ ਸਾਡੇ ਇਤਿਹਾਸ ਦੇ ਵਿੱਚ ਸਾਡੇ ਸਿੱਖਾਂ ਦੇ ਸ਼ਹੀਦਾਂ ਦਾ ਨਾਂ ਕੀ ਆ, ਸਾਡੇ ਗੁਰੂ ਸਾਹਿਬਾਨਾਂ ਦਾ ਨਾਂ ਕੀ ਆ। ਇਕੱਤਰਤਾ ਦੀ ਲੋੜ ਆ, ਵਿਚਾਰ ਦੀ ਲੋੜ ਆ, ਪ੍ਰਚਾਰ ਦੀ ਲੋੜ ਆ, ਤੇ ਮਾਪਿਆਂ ਦੇ ਸਹਿਯੋਗ ਦੀ ਤੇ ਨਗਰ ਨਿਵਾਸੀਆਂ ਦੀ, ਤੇ ਸਭ ਤੋਂ ਵੱਡੀ ਗੱਲ ਕਿ ਸਾਡੇ ਪੰਥਕ ਆਗੂਆਂ ਦੀ ਬਹੁਤ ਜ਼ਿਆਦੀ ਅਸਲ ਦੇ ਵਿੱਚ ਜ਼ਰੂਰਤ ਹੈ ਕਿ ਪਿੰਡਾਂ ਦੇ ਵਿੱਚ ਜਾ ਕੇ ਕਾਰਜ ਕੀਤੇ ਜਾਣ। ਬਿਲਕੁਲ ਠੀਕ ਹੈ ਜੀ। ਸਿੰਘ ਸਾਹਿਬ ਜੀ, ਆਪ ਜੀ ਦਾ ਸੇਵਾ ਦਲ ਪਿੰਡਾਂ ਦੇ ਵਿੱਚ ਜਾਂਦਾ, ਅਸੀਂ ਜਾਣਨਾ ਚਾਹਾਂਗੇ ਵੀ ਕਿਸ ਤਰ੍ਹਾਂ ਦੀ ਕਾਰਜਗੁਜ਼ਾਰੀ ਹੁੰਦੀ ਆ ਆਪ ਜੀ ਦੇ ਸੇਵਾ ਦਲ ਦੀ, ਕਿੱਥੋਂ ਸ਼ੁਰੂ ਹੁੰਦਾ ਹੈ, ਫਸਟ ਡੇ ਕੀ ਕਰਦੇ ਨੇ, ਇਹਦੇ ਨਾਲ ਗੁਰਮਤ ਪ੍ਰਚਾਰ ਅਤੇ ਗੁਰਬਾਣੀ ਦੀ ਸੰਥਿਆ ਤੋਂ ਇਲਾਵਾ ਆਪ ਜੀ ਦਾ ਸੇਵਾ ਦਲ ਜਿਹੜਾ ਹੈ ਉਹ ਪਿੰਡਾਂ ਜਾ ਕੇ ਕੀ ਕੰਮ ਕਰਦੇ ਨੇ? ਪਹਿਲਾਂ ਤਾਂ ਜੀ ਜਾਂਦਿਆਂ ਸਾਰੀ ਨੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਇਕੱਤਰ ਕਰਕੇ ਫਤਿਹ ਦੀ ਸਾਂਝ ਸਾਰਿਆਂ ਨਾਲ ਪਾ ਕੇ ਅਰਦਾਸ ਕੀਤੀ ਜਾਂਦੀ ਹੈ। ਪਹਿਲਾਂ ਅਰਦਾਸ ਕਰਕੇ ਅੰਮ੍ਰਿਤ ਕੜਾਹ ਪ੍ਰਸ਼ਾਦੀ ਦੇਗ ਬਣਾ ਕੇ ਆਰੰਭਤਾ ਕੀਤੀ ਜਾਂਦੀ ਹੈ। ਪਹਿਲੇ ਦਿਨ ਸਿਰਫ ਦੱਸਿਆ ਜਾਂਦਾ ਕਿ ਕਲਾਸ ਦੇ ਵਿੱਚ ਬੈਠਣਾ ਕਿੱਦਾਂ, ਗੁਰਬਾਣੀ ਦੀ ਸੰਥਿਆ ਜਦੋਂ ਕਰਨੀ, ਬੱਚਾ ਤੁਸੀਂ ਬੇਟਾ ਘਰ ਦੇ ਵਿੱਚ ਤੁਸੀਂ ਜਪਜੀ ਸਾਹਿਬ ਕਰਦੇ ਹੋ, ਘਰ ਦੇ ਵਿੱਚ ਰਹਿਰਾਸ ਸਾਹਿਬ ਦਾ ਜਾਪ ਕਰਦੇ ਹੋ, ਤੁਸੀਂ ਗੁਰੂ ਘਰ ਜਾਂਦੇ ਹੋ, ਬੈਠਣ ਦਾ ਸਾਡਾ ਤਰੀਕਾ ਕੀ ਹੋਣਾ ਚਾਹੀਦਾ, ਸਾਡੀ ਡਰੈਸ ਕੀ ਹੋਣੀ ਚਾਹੀਦੀ ਆ ਕਿ ਉੱਥੇ ਬੱਚੇ ਇਹ ਨਹੀਂ ਕਿ ਗੁਟਕਾ ਸਾਹਿਬ ਆਪਾਂ ਫੜ ਕੇ ਕਲਾਸ 'ਚ ਬੈਠੇ ਹਾਂ ਤੇ ਉੱਥੇ ਕੈਪਰੀ ਪਾ ਕੇ ਬਹਿ ਜਾਓ। ਗਲ ਦੇ ਵਿੱਚ ਹਜੂਰੀਆ ਲੈ ਕੇ ਬੈਠਣਾ, ਪਹਿਲੇ ਦਿਨ ਸਭ ਕੁਝ ਦੱਸਿਆ ਜਾਂਦਾ ਕਿ ਗਲ 'ਚ ਹਜੂਰੀਆ ਲੈ ਕੇ ਬੈਠਣਾ, ਕਿ ਸਾਡੇ ਖਾਰਸ਼ ਵੀ ਹੁੰਦੀ ਹੈ ਨਾ, ਤਾਂ ਅਸੀਂ ਆਪਣੇ ਫੇਸ ਤੇ ਖਾਰਸ਼ ਕਰਦੇ ਹਾਂ ਤੇ ਅਸੀਂ ਹਜੂਰੀਏ ਨਾਲ ਕਰ ਸਕੀਏ, ਲੇਕਿਨ ਇਹ ਨਹੀਂ ਕਿ ਅਸੀਂ ਹੱਥ ਆਪਣੇ ਮੂੰਹ ਨੂੰ ਲਾ ਲਈਏ, ਉਹ ਹੱਥ ਅਸੀਂ ਆਪਣੇ ਪੈਰਾਂ ਨੂੰ ਲਾ ਲਈਏ, ਥੱਲੇ ਲਾ ਲਈਏ, ਇੱਦਾਂ ਨਹੀਂ। ਹੱਥ ਸੁੱਚੇ ਕਰਕੇ ਉਹਨਾਂ ਨੂੰ ਹਜੂਰੀਏ ਨਾਲ ਸਾਫ਼ ਕਰਕੇ ਫਿਰ ਬਾਅਦ ਦੇ ਵਿੱਚ ਆਪਾਂ ਕਲਾਸ ਦੇ ਵਿੱਚ ਬੈਠਣਾ। ਕਿਸੇ ਨੇ ਕੈਪਰੀ ਪਾ ਕੇ ਨਹੀਂ ਬੈਠਣਾ, ਕਿਸੇ ਨੇ ਮਤਲਬ ਜਿਹੜੇ ਕੱਪੜੇ ਬਸਤਰ ਜਿਹੜੇ ਨੇ ਆਪਣੇ ਪਾਏ, ਡਰੈਸ ਪਾਈ ਆ, ਉਹ ਸੁੱਚੀ ਹੋਣੀ ਚਾਹੀਦੀ ਆ ਤੇ ਗੁਰਬਾਣੀ ਦਾ ਸਤਿਕਾਰ ਹੋ ਸਕੇ, ਗੁਰਬਾਣੀ ਦਾ ਸਾਨੂੰ ਸਮਝ ਲੱਗ ਸਕੇ। ਤੇ ਫਿਰ ਆ ਜਿਹੜੇ ਮੈਂ ਤੁਹਾਨੂੰ ਕਹੇ ਨੇ ਕਿ ਫਿਰ ਸਵਾਲ ਕੀਤੇ ਜਾਂਦੇ ਨੇ, ਤੇ ਜਦੋਂ ਸਵਾਲ ਕੀਤੇ ਜਾਂਦੇ ਉਹਦੇ ਵਿੱਚੋਂ ਫਿਰ ਜਦੋਂ ਬੱਚੇ ਨੂੰ ਸਮਝ ਆਉਂਦੀ ਹੈ, ਪਹਿਲੇ ਦਿਨ ਸਾਰੀ ਕਲਾਸ ਜਿਹੜੀ ਉਹਨੂੰ ਕਲਾਸ ਨੂੰ ਇਕੱਤਰ ਕਰਕੇ ਉਹਨੂੰ ਗੁਰਮਰਜ਼ਾਦਾ ਦੱਸੀ ਜਾਂਦੀ ਹੈ ਕਿ ਕਿਸ ਮਰਜ਼ਾਦਾ ਨਾਲ ਕਲਾਸ ਦੇ ਵਿੱਚ ਬੈਠਣਾ। ਬਿਲਕੁਲ ਠੀਕ ਹੈ ਜੀ। ਆਰੰਭ ਵਾਲੇ ਦਿਨ ਬਿਲਕੁਲ ਠੀਕ ਹੈ ਜੀ। ਉਤਸ਼ਾਹ ਜ਼ਰੂਰ ਹੈ। ਗੁਰਬਾਣੀ ਦੀ ਸੰਥਿਆ ਤੋਂ ਇਲਾਵਾ ਹੋਰ ਵੀ ਗੁਰਮਤ ਦੇ ਨਾਲ ਦਸਤਾਰ ਦੀ ਜਾਂ ਗੱਤਕੇ ਜਾਂ ਕਿਸ ਤਰ੍ਹਾਂ ਦੀ ਹੋਰ ਕੋਈ ਸਿਖਲਾਈ ਵੀ ਦਿੱਤੀ ਜਾਂਦੀ ਹੈ? ਦਸਤਾਰ ਦੀ ਸਿਖਲਾਈ ਜ਼ਰੂਰ ਦਿੱਤੀ ਜਾਂਦੀ ਹੈ। ਸਵਾ ਘੰਟਾ ਕਲਾਸ ਜਿਹੜੀ ਆ ਉਹ ਤਕਰੀਬਨ ਲਾਈ ਜਾਂਦੀ ਹੈ ਤੇ ਗੁਰਬਾਣੀ ਦੀ ਸੰਥਿਆ ਦੀ, ਉਸ ਤੋਂ ਬਾਅਦ ਦਸਤਾਰ ਸਿਖਲਾਈ ਦੀ ਸੰਥਿਆ ਜਿਹੜੀ ਆ ਸਿਖਲਾਈ ਦਿੱਤੀ ਜਾਂਦੀ ਦਸਤਾਰ ਦੀ। ਬਿਲਕੁਲ ਜੀ, ਉਹ ਜ਼ਰੂਰ ਦਿੱਤੀ ਜਾਂਦੀ ਹੈ, ਕਿਉਂਕਿ ਉਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ, ਦਸਤਾਰ ਤਾਂ ਸਿਖਾਈ ਜਾਂਦੀ ਆ ਕਿਉਂਕਿ ਬੱਚਾ ਜਦੋਂ 15 ਸਾਲ ਦਾ ਹੋ ਜਾਂਦਾ, ਜਦੋਂ 17 ਸਾਲ ਦੀ ਏਜ ਹੋ ਜਾਂਦੀ ਹੈ, ਜਦੋਂ ਦਾੜਾ ਆ ਜਾਂਦਾ, ਦਾੜਾ ਆਉਣ ਤੋਂ ਬਾਅਦ ਜਿਹੜੇ ਧਾਰਮਿਕ ਸਾਡੇ ਸਕੂਲ ਨੇ ਪਿੰਡਾਂ ਦੇ ਵਿੱਚ, ਪੰਜਾਬ ਦੇ ਵਿੱਚ, ਉੱਥੇ ਫਿਰ ਸਕੂਲ ਦੇ ਜਿਹੜੇ ਰੂਲਸ ਨੇ ਕਿ ਡਰੈਸ ਦੇ ਨਾਲ ਪੱਗ ਹੋਣੀ ਜ਼ਰੂਰੀ ਹੈ ਸਰਦਾਰ ਦੇ, ਤੇ ਉਹ ਦਸਤਾਰ ਸਜਾਈ ਹੋਣੀ ਜ਼ਰੂਰੀ ਆ। ਤੇ ਉਸ ਤੋਂ ਜਦੋਂ ਬਾਅਦ ਬੱਚਿਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਹੁਣ +1 ਦੇ ਸਟੂਡੈਂਟ ਹੋ ਗਏ ਹੋ, ਵਿਦਿਆਰਥੀ ਜੇ, ਤੁਸੀਂ ਬੰਨ੍ਹ ਕੇ ਆਓ ਦਸਤਾਰ, ਪੱਗ ਬੰਨ੍ਹ ਕੇ ਆਓ। ਤੇ ਬੱਚੇ ਜਦੋਂ ਪੱਗ ਬੰਨ੍ਹ ਨਹੀਂ ਸਕਦੇ ਜਾਂ ਉਹਨਾਂ ਨੂੰ ਕੋਈ ਸਿਖਾ ਨਹੀਂ ਸਕਦਾ ਲਾਗਿਓ, ਉਹ ਫਿਰ ਗਲਤ ਡਿਸੀਜਨ ਲੈ ਲੈਂਦੇ ਕਿ ਸਾਡੀ ਦਾੜੀ ਦੇ ਨਾਲ ਹੁਣ ਦਾੜੇ ਆ ਗਿਆ, ਪ੍ਰਕਾਸ਼ ਹੋ ਗਿਆ, ਹੁਣ ਸਾਨੂੰ ਪੱਗ ਬੰਨ੍ਹਣੀ ਜ਼ਰੂਰੀ ਹੈ, ਪੱਗ ਸਾਡੇ ਤੋਂ ਵੱਜਦੀ ਨਹੀਂ, ਤੇ ਫਿਰ ਪਤਤ ਪੁਣੇ ਵੱਲ ਵੱਧ ਜਾਂਦੇ ਆ, ਉਧਰ ਨੂੰ ਕਦਮ ਉਠਾ ਲੈਂਦੇ ਕਿ ਅਸੀਂ ਬੰਨ੍ਹ ਨਹੀਂ ਸਕਦੇ, ਦਿਲ ਛੱਡ ਜਾਂਦੇ ਆ। ਤੇ ਜੇ ਅੱਜ ਦਸਤਾਰ ਦੀ ਸਿਖਲਾਈ ਹੋ ਜਾਂਦੀ ਹੈ ਬੱਚੇ ਨੂੰ, ਉਹਨੂੰ 13 ਸਾਲ ਦੇ 14 ਸਾਲ ਦੇ ਬੱਚੇ ਨੂੰ ਜੇ ਦਸਤਾਰ ਸਿਖਾ ਦਿੱਤੀ ਜਾਂਦੀ ਹੈ, ਤੇ ਦਸਤਾਰ ਸਿਖਾਉਣ ਤੋਂ ਬਾਅਦ ਉਹ ਬੱਚਾ ਕਦੇ ਵੀ ਪਤਤ ਪੁਣੇ ਵਾਲੇ ਪਾਸੇ ਨਹੀਂ ਵਧੇਗਾ, ਕਿਉਂਕਿ ਉਹਨੂੰ ਪੱਗ ਬੰਨ੍ਹਣ ਦੇ ਵਿੱਚ ਜੇ ਸ਼ੌਂਕ ਜਿਹੜਾ ਅੱਜ ਦਾ ਸਿਸਟਮ ਚੱਲਿਆ ਹੋਇਆ ਕਿ ਜਦੋਂ ਕਿਤੇ ਵਿਆਹ ਸ਼ਾਦੀ ਹੈ ਪੱਗ ਬਣਾ ਕੇ ਜਾਣੀ ਆ ਜੀ, ਜੇ ਕਿਤੇ ਕੋਈ ਪ੍ਰੋਗਰਾਮ ਹੈ, ਕੋਈ ਪਾਰਟੀ ਹੈ, ਉੱਥੇ ਪੱਗ ਬੰਨ੍ਹ ਕੇ ਜਾਣਾ, ਅਸੀਂ ਸਰਦਾਰ ਆ ਪੱਗ ਬੰਨ੍ਹ ਕੇ ਜਾਈਏ। ਅੱਜ ਇੱਕ ਕਰੇਜ਼ ਜਿਹਾ ਵੀ ਬਣ ਗਿਆ ਵੈਸੇ ਕਿ ਪੱਗ ਬੰਨ੍ਹ ਕੇ ਜਾਈਏ, ਤੇ ਪੱਗ ਅਸਲ ਦੇ ਵਿੱਚ ਕੱਲਾ ਕਰੇਜ਼ ਨਹੀਂ, ਪੱਗ ਸਾਡਾ ਧਰਮ ਆ, ਪੱਗ ਸਾਡਾ ਇੱਕ ਚਿੰਨ੍ਹ ਹੈ, ਇੱਕ ਸਾਡਾ ਸਿੱਖੀ ਦਾ। ਪੱਗ ਸਾਡੇ ਅੰਦਰੋਂ ਆਵਾਜ਼ ਹੋਣੀ ਚਾਹੀਦੀ। ਇਹ ਨਹੀਂ ਕਿ ਕਿਸੇ ਪਾਰਟੀ 'ਚ ਜਾਣਾ ਉੱਥੇ ਪੱਗ ਬੰਨ੍ਹ ਕੇ ਜਾਣੀ ਆ, ਜਾਂ ਕਿਸੇ ਪ੍ਰੋਗਰਾਮ ਤੇ ਜਾਣਾ ਉੱਥੇ ਪੱਗ ਬੰਨ੍ਹ ਕੇ ਜਾਣੀ ਆ, ਘਰੇ ਉੱਦਾਂ ਤੁਰੇ ਫਿਰਨਾ। ਸਾਨੂੰ ਜੇ ਪੱਗ ਬੰਨ੍ਹਣੀ ਆਉਂਦੀ ਹੋਊਗੀ ਬੱਚੇ ਨੂੰ 13-14 ਸਾਲ ਤੋਂ ਆਦਤ ਪੈ ਜਾਏਗੀ, ਤੇ ਫਿਰ ਉਹ 17 ਸਾਲ ਦਾ, 18 ਸਾਲ ਦਾ, 20 ਸਾਲ ਦਾ ਬੱਚਾ ਜਿਹੜਾ ਉਹਦਾ ਫਿਰ ਸੁਭਾਅ ਵੀ ਬਣ ਜਾਏਗਾ ਕਿ ਹਾਂ ਮੈਂ ਸਾਰੀ ਦਿਹਾੜੀ ਪੱਗ ਬੰਨ੍ਹ ਕੇ ਰਹਿਣਾ, ਮੈਂ ਕੇਸਾਂ ਨੂੰ ਨੰਗੇ ਨਹੀਂ ਰੱਖਣਾ।
ਬਿਲਕੁਲ ਠੀਕ ਹੈ ਜੀ, ਤੇ ਫਿਰ ਉਹ ਪਤਤ ਪੁਣੇ ਵਾਲੇ ਪਾਸੇ ਨਹੀਂ ਜਾ ਸਕਦਾ। ਪੱਗ ਸਿਖਾਉਣਾ ਮੇਨ ਮਕਸਦ ਹੀ ਅਸਲ 'ਚ ਇਹ ਆ। ਬਿਲਕੁਲ ਠੀਕ ਹੈ ਜੀ। ਸਿੰਘ ਸਾਹਿਬ ਜੀ, ਗੱਲ ਕਰੀਏ ਪਤਤ ਪੁਣੇ ਦੀ। ਆਪ ਜੀ ਪਿੰਡਾਂ ਪਿੰਡਾਂ ਜਾਂਦੇ ਹੋ, ਕੈਂਪ ਲਗਾਉਂਦੇ ਹੋ, ਕੀ ਐਸੀ ਸਮੱਸਿਆ ਦੇਖਣ ਨੂੰ ਮਿਲੀ ਵੀ ਜਿਸ ਤੋਂ ਦੇਖ ਕਰਕੇ ਬੱਚਾ ਪਤਿਤ ਪੁਣੇ ਵੱਲ ਚੱਲ ਜਾਂਦਾ? ਠੀਕ ਹੈ, ਇੱਕ ਦ੍ਰਿਸ਼ਟਾਂਤ ਆਪ ਜੀ ਨੇ ਦਿੱਤਾ ਕਿ ਸਕੂਲ ਦੇ ਵਿੱਚ ਉਹਨੂੰ ਪਗੜੀ ਕੰਪਲਸਰੀ ਹੋ ਜਾਂਦੀ ਹੈ, ਨਹੀਂ ਬਣਨੀ ਆਉਂਦੀ ਤੇ ਉਹ ਕੇਸ਼ ਕਤਲ ਕਰਵਾ ਦਿੰਦਾ। ਇਸ ਤੋਂ ਇਲਾਵਾ ਅਗਰ ਪਰਿਵਾਰਿਕ ਮਸਲੇ ਦੇਖੀਏ ਜਾਂ ਸੁਸਾਇਟੀ ਦੇ ਮਸਲੇ ਦੇਖੀਏ, ਕਿਹੜੇ ਐਸੇ ਮਸਲੇ ਜਿਹੜੇ ਨੇ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਲੈ ਕੇ ਬੱਚੇ ਪਤਿਤ ਪੁਣੇ ਵੱਲ ਚਲੇ ਜਾਂਦੇ ਨੇ? ਪਤਤ ਪੁਣੇ ਵੱਲ ਜਾਣ ਦਾ ਮੇਨ ਜਿਹੜਾ ਕਾਰਨ ਆ, ਉਹ ਸਭ ਤੋਂ ਵੱਡੀ ਗੱਲ ਇਹ ਆ ਕਿ ਸੇਧ ਦੇਣ ਵਾਲਾ ਜਿਹੜਾ ਸਮਾਂ ਜਿਹੜਾ ਉਹ ਪਿੰਡ ਪਿੰਡ ਦੇ ਵਿੱਚ, ਘਰ ਘਰ ਦੇ ਵਿੱਚ, ਹਰ ਥਾਂ ਤੇ ਪ੍ਰਚਾਰ ਤਾਂ ਹੈ। ਜੇ ਪ੍ਰਚਾਰ ਨੂੰ ਲੈ ਕੇ ਅੰਦਰੋਂ ਸਮਝੀਏ ਨਾ ਕਿ ਪ੍ਰਚਾਰ ਸਵੇਰੇ ਅਰਦਾਸ ਹੁੰਦੀ ਆ, ਸ਼ਾਮ ਗੁਰੂ ਘਰ ਦੇ ਵਿੱਚ ਅਰਦਾਸ ਹੁੰਦੀ ਆ। ਜੇ ਮਾਪੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਜਾਣ, ਗ੍ਰੰਥੀ ਸਿੰਘ ਜਦੋਂ ਅਰਦਾਸ ਕਰਦਾ ਤੇ ਅਰਦਾਸ ਦੇ ਵਿੱਚ ਸਾਰੇ ਸ਼ਹੀਦਾਂ ਦਾ ਨਾਂ ਲਿਆ ਜਾਂਦਾ। ਠੇਠ ਪੰਜਾਬੀ ਆ, ਜਿੰਨਾ ਸਿੰਘਾਂ ਸਿੰਘਣੀਆਂ ਧਰਮ ਇਸ ਚੀਜ਼ ਦਿੱਤੇ, ਬੰਦ ਕਟਵਾਏ, ਪੁੱਠੀਆਂ ਖੱਲਾਂ ਲਹਾਈਆਂ, ਉਬਲਦੀਆਂ ਦੇਗਾਂ 'ਚ ਉਬਾਲੇ ਗਏ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਵਾਏ, ਸੀ ਨਹੀਂ ਕੀਤੀ ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਵਾਹਿਗੁਰੂ। ਇਹ ਜਦੋਂ ਕਿਹਾ ਜਾਂਦਾ ਕਿ ਇਹ ਪ੍ਰਚਾਰ ਨਹੀਂ, ਸਾਨੂੰ ਇਹਦੇ ਵਿੱਚੋਂ ਪੰਜਾਬੀ ਨੂੰ, ਠੇਠ ਪੰਜਾਬੀ ਨੂੰ ਸਾਨੂੰ ਇਹ ਸਮਝਣਾ ਜ਼ਰੂਰੀ ਆ ਕਿ ਹਾਂ ਜੇ ਉਹ ਕਿ ਮਤਲਬ ਆਪਣਾ ਬੰਦ ਕਟਵਾਏ, ਕਿਉਂ ਕਟਵਾਏ? ਸਰੀਰ ਆਰਿਆਂ ਦੇ ਨਾਲ ਚਰਾਏ ਗਏ, ਹਾਂਜੀ, ਖੋਪਰੇ ਉਤਾਰ ਦਿੱਤੇ ਗਏ, ਕਾਹਦੇ ਕਰਕੇ? ਕਿ ਇੱਕ ਕੇਸਾਂ ਦੇ ਸਤਿਕਾਰ ਵਾਸਤੇ, ਕਿ ਕੇਸ ਅਸੀਂ ਆਪਣੇ ਧਰਮ ਨੂੰ ਜਿਹੜਾ ਨਹੀਂ ਤਿਆਗਣਾ, ਅਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਰਹਿਣਾ। ਤੇ ਉਸ ਚੀਜ਼ ਨੂੰ ਮੁੱਖ ਰੱਖ ਕੇ ਇਹ ਅਰਦਾਸ ਦੇ ਵਿੱਚ ਸਾਰਾ ਕੁਝ ਹੀ ਦੱਸ ਦਿੱਤਾ ਜਾਂਦਾ। ਪ੍ਰਚਾਰ ਹੈ, ਪਰ ਪ੍ਰਚਾਰ ਨੂੰ ਸਮਝਣ ਦੀ, ਜੇ ਸਮਝਣਾ ਹੋਵੇ ਤੇ ਪ੍ਰਚਾਰ ਸਾਡਾ ਡੇਲੀ ਗੁਰੂ ਘਰ ਦੇ ਵਿੱਚ ਹੁੰਦਾ ਜੀ। ਬਾਕੀ ਗੱਲ ਹੈ ਜੇ ਸਾਡੇ ਸਤਿਗੁਰੂ ਕਿਰਪਾ ਕਰੇ, ਜੇ ਆਪਾਂ ਇਹ ਉਦਮ ਲੈ ਕੇ ਚੱਲੀਏ ਕਿ ਆਪਾਂ ਪਿੰਡ ਪਿੰਡ ਦੇ ਵਿੱਚ, ਜਿਸ ਤਰ੍ਹਾਂ ਦਾ ਸਮਾਂ ਆ ਰਿਹਾ, ਜਦੋਂ ਬੱਚਿਆਂ ਨੂੰ ਸਵਾਲ ਕੀਤੇ ਜਾਂਦੇ ਨੇ, ਸਵਾਲਾਂ ਦੇ ਵਿੱਚ ਕਿਸੇ ਵੀ ਗੱਲ ਦੀ ਜਿਹੜੀ ਸਮਝ ਨਹੀਂ ਆ ਰਹੀ, ਇਸ ਚੀਜ਼ ਦੇ ਦੁੱਖ ਨੂੰ ਲੈ ਕੇ ਸਾਨੂੰ ਤੁਰਨਾ ਪਿਆ। ਸਭ ਤੋਂ ਵੱਡਾ ਦੁੱਖ ਇਹ ਆ ਕਿ ਬੱਚਿਆਂ ਨੂੰ ਜਦੋਂ ਸ਼ੁਰੂ ਕਰਾਈਦਾ, ਸ਼ੁਰੂ ਕਰਾਉਣ ਦੇ ਵਿੱਚ ਬਹੁਤ ਜ਼ਿਆਦਾਤਰ ਬੱਚਿਆਂ ਦੇ ਵਿੱਚ ਕੁਝ ਵੀ ਨਹੀਂ ਹੁੰਦਾ, ਧਰਮ ਦੇ ਨਾਂ ਦੀ ਕੋਈ ਵੀ ਚੀਜ਼ ਉਹ ਪਛਾਣ ਦੇ ਵਿੱਚ ਨਹੀਂ ਹੁੰਦੀ, ਕੋਈ ਗੁਰੂ ਸਾਹਿਬਾਨਾਂ ਦੇ ਜਾਣਕਾਰੀ, ਕੋਈ ਸ਼ਹੀਦਾਂ ਦੀ ਜਾਣਕਾਰੀ ਨਹੀਂ ਹੁੰਦਾ। ਦੱਸਣ ਤੋਂ ਬਾਅਦ 15 ਦਿਨਾਂ ਬਾਅਦ ਬੱਚਿਆਂ ਦੇ ਅੰਦਰ ਖੁਸ਼ੀ ਪ੍ਰਗਟ ਹੋ ਜਾਂਦੀ ਹੈ ਕਿ ਅਸੀਂ ਦੱਸਣ ਦੇ ਸਮਰੱਥ ਹਾਂ। ਵਾਹ ਜੀ ਵਾਹ, ਵਾਕਈ ਜੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਔਰ ਕਾਬਿਲੇ ਤਾਰੀਫ ਗੱਲ ਹੈ ਕਿ ਜਿਹੜਾ ਤੁਸੀਂ ਪ੍ਰਯਤਨ ਕਰ ਰਹੇ ਹੋ ਬੱਚਿਆਂ ਨੂੰ ਗੁਰੂ ਅਤੇ ਗੁਰਬਾਣੀ ਦੇ ਨਾਲ ਜੋੜਨ ਦਾ। ਸ਼ਾਇਦ ਇਹ ਆਪਣੇ ਆਪ ਦੇ ਵਿੱਚ ਗੁਰੂ ਘਰ ਦੇ ਵਿੱਚ ਔਰ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਆਪ ਜੀ ਦੀ ਪੱਕੀ ਹਾਜ਼ਰੀ ਲੱਗ ਰਹੀ ਹੈ। ਸਿੰਘ ਸਾਹਿਬ ਜੀ, ਗੱਲ ਕਰਦੇ ਹਾਂ ਆਪ ਜੀ ਦੇ ਯਤਨ ਦੇ, ਗੱਲ ਕਰਦੇ ਹਾਂ ਪਿੰਡਾਂ ਦੇ ਵਿੱਚ ਗ੍ਰੰਥੀ ਸਿੰਘਾਂ ਦੇ। ਜੋ ਯਤਨ ਆਪ ਜੀ ਦਾ ਸੇਵਾ ਦਲ ਕਰ ਰਿਹਾ ਹੈ, ਪਿੰਡਾਂ ਦੇ ਵਿੱਚ ਗ੍ਰੰਥੀ ਸਿੰਘ ਵੀ ਹੁੰਦੇ ਨੇ, ਉਹਨਾਂ ਦੀ ਵੀ ਮੁੱਖ ਡਿਊਟੀ ਹੁੰਦੀ ਨੇ ਕਿ ਉਹ ਵੀ ਪ੍ਰਚਾਰ ਕਰਨ, ਪ੍ਰਸਾਰ ਕਰਨ, ਕਿਤੇ ਨਾ ਕਿਤੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ। ਪਰ ਆਮ ਤੌਰ ਤੇ ਦੇਖਣ ਨੂੰ ਮਿਲਦਾ ਕਿ ਗ੍ਰੰਥੀ ਸਿੰਘ ਵੀ ਜਿਹੜੇ ਨੇ, ਮੈਂ ਸਪੈਸ਼ਲ ਤੌਰ ਤੇ ਮਾਫੀ ਮੰਗਦਾ ਕਿ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ, ਮੈਂ ਕਿਸੇ ਖਾਸ ਪਰਸਨ ਦੇ ਉੱਪਰ, ਵਿਅਕਤੀ ਵਿਸ਼ੇਸ਼ ਦੇ ਉੱਪਰ ਕੋਈ ਟਿੱਕਾ ਟਿੱਪਣੀ ਨਹੀਂ ਕਰ ਰਿਹਾ, ਪਰ ਦੇਖਣ 'ਚ ਆਉਂਦਾ ਹੈ ਕਿ ਉਹ ਵੀ ਸਿਰਫ ਆਪਣੇ ਨਿਤਨੇਮ ਤੱਕ ਸੀਮਿਤ ਹੁੰਦੇ ਨੇ, ਸਮਾਪਤੀ ਹੁੰਦੀ ਹੈ ਔਰ ਆਪਣੇ ਕਮਰੇ ਦੇ ਵਿੱਚ ਚਲੇ ਜਾਂਦੇ ਨੇ। ਕੀ ਕਮੀ ਹੈ ਕਿ ਜੇ ਉਹ ਯਤਨ ਕਰਨ ਤਾਂ ਕੀ ਸੰਥਿਆ ਨਹੀਂ ਦਿੱਤੀ ਜਾ ਸਕਦੀ? ਵੇਖੋ ਜੀ, ਸਭ ਤੋਂ ਮੇਨ ਮਕਸਦ ਹੀ ਅਸਲ ਦੇ ਵਿੱਚ ਗ੍ਰੰਥੀ ਸਿੰਘ ਜਿਹੜਾ ਉਹ ਬਹੁਤ ਵੱਡਾ ਉਹਦਾ ਯੋਗਦਾਨ ਹੁੰਦਾ। ਗ੍ਰੰਥੀ ਸਿੰਘ ਨੇ ਹੀ ਸੇਧ ਦੇਣੀ ਹੁੰਦੀ ਆ, ਗ੍ਰੰਥੀ ਸਿੰਘ ਦਾ ਹੀ ਫਰਜ਼ ਬਣਦਾ। ਗ੍ਰੰਥੀ ਸਿੰਘ ਮਰਜ਼ਾਦਾ ਦੇ ਵਿੱਚ ਪਰਪੱਕ ਹੋਵੇ। ਜਿਹੜੀ ਉਹਦੀ ਡਿਊਟੀ ਆ, ਸਭ ਤੋਂ ਵੱਡੀ ਜਿਹੜੀ ਉਹਦੀ ਡਿਊਟੀ ਆ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ 2 ਟਾਈਮ ਜਿਹੜੀ ਆ ਨਿਤਨੇਮ ਦੀਆਂ ਜਿਹੜੇ ਸਾਡੀਆਂ ਬਾਣੀਆਂ ਨੇ ਉਹਨਾਂ ਦਾ ਅੰਮ੍ਰਿਤ ਵੇਲੇ ਜਾਪ ਹੋਵੇ। ਅੰਮ੍ਰਿਤ ਵੇਲੇ ਪ੍ਰਕਾਸ਼ ਸਮੇਂ ਨਾਲ ਹੋਵੇ, ਜਿਸ ਤਰ੍ਹਾਂ ਮੰਨ ਲਓ 3 ਵਜੇ ਪ੍ਰਕਾਸ਼ ਹੋਣਾ, ਇਸ ਤਰ੍ਹਾਂ ਕਰਕੇ ਸਮੇਂ ਨਾਲ ਹੋਵੇ ਕਿ ਉਹ ਸਮੇਂ ਨਾਲ ਪ੍ਰਕਾਸ਼ ਕਰਕੇ ਬਾਣੀਆਂ ਦਾ ਉਚਾਰਨ ਜਿਹੜਾ ਵਾ, ਉਹ ਨਿਤਨੇਮ ਦੀਆਂ ਬਾਣੀਆਂ ਜਿਹੜਾ ਉਹ ਸਮੇਂ ਨਾਲ ਕਰ ਸਕੇ। ਤੇ ਫਿਰ ਬਾਅਦ ਦੇ ਵਿੱਚ ਸ਼ਾਮਾਂ ਦੀ ਕਾਰਜਕਾਰੀ ਜਿਹੜੀ ਉਹਦੇ ਵਿੱਚ ਵੀ ਉਹ ਨਿਪੁੰਨ ਹੋਵੇ, ਸ਼ੁੱਧ ਉਚਾਰਨ ਉਹਦੇ ਕੋਲ ਹੋਵੇ। ਉਹ ਖੁਦ ਮੁੱਖ ਵਾਕ ਦੀ ਕਥਾ ਜਿਹੜੀ ਆ, ਮੁੱਖ ਵਾਕ ਅੰਮ੍ਰਿਤ ਵੇਲੇ ਲਿਆ ਜਾਂਦਾ, ਉਹ ਮੁੱਖ ਵਾਕ ਨੂੰ ਦੱਸਣ ਦੇ ਸਮਰੱਥ ਹੋਵੇ ਕਿ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਕੀ ਆ। ਜੀ ਬਿਲਕੁਲ। ਅੱਜ ਸਾਨੂੰ ਮੈਸੇਜ, ਸਾਨੂੰ ਸੁਨੇਹਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਕੀ ਮਿਲ ਰਿਹਾ, ਤੇ ਉਹ ਇਸ ਚੀਜ਼ ਦੇ ਸਮਰੱਥ ਹੋਵੇ। ਪਰ ਦੁੱਖ ਦੀ ਗੱਲ ਇਹ ਆ ਕਿ ਗ੍ਰੰਥੀ ਸਿੰਘ ਸਮਰੱਥ ਜਿਹੜਾ ਤੁਸੀਂ ਕਹਿ ਰਹੇ ਹੋ, ਕਿਉਂ ਨਹੀਂ? ਉਹ ਗੱਲ ਇਦਾਂ ਕਿ ਜਿਵੇਂ ਪਿੰਡਾਂ ਦੀ ਪਿੰਡਾਂ ਦਾ ਇੱਕ ਮੁਹਾਰਾ ਜਿਹਾ ਹੀ ਆ, ਮੁਹਾਵਰਾ ਵਾ ਕਿ ਜਦੋਂ ਸਵਾਲ ਕੀਤਾ ਜਾਂਦਾ ਨਾ ਕਿ ਤੈਨੂੰ ਕੋਈ ਪੁੱਛਦਾ ਨਹੀਂ ਤੇ ਮੈਨੂੰ ਕੋਈ ਲੱਭਦਾ ਨਹੀਂ, ਤੇ ਆਓ ਆਪਾਂ ਕੰਮ ਸਾਰ ਲਈਏ। ਵੀ ਕਿਸੇ ਬੰਦੇ ਨੂੰ ਕੋਈ ਪੁੱਛਦਾ ਨਾ ਹੋਵੇ, ਉਹਦੀ ਮਤਲਬ ਸਿਸਟਮ ਜਿਹੜਾ ਦੁਨੀਆ 'ਚ ਚੱਲਣ ਵਾਲਾ ਨਾ ਹੋਵੇ, ਉਹਨੂੰ ਕੋਈ ਕੰਮ ਦੇ ਵਿੱਚ ਲਾਇਕ ਨਾ ਹੋਵੇ, ਉਹਨੂੰ ਨਾਲ ਲਿਜਾਣ ਲਈ ਕਹਿੰਦੇ ਕਿ ਤੂੰ ਮੇਰੇ ਨਾਲ ਚੱਲ।
ਇਹ ਘਟਨਾ ਜਿਹੜੀ ਪੰਜਾਬ ਦੇ ਵਿੱਚ ਇਦਾਂ ਵਾਪਰਦੀ ਤੇ ਲੋਕੀ ਜਿਹਨੂੰ ਕੋਈ ਨਹੀਂ ਲਿਜਾਂਦਾ ਉਹਨੂੰ ਉਹ ਲਿਜਾਂਦਾ ਜਿਹਨੂੰ ਕੋਈ ਮਤਲਬ ਲੱਭਦਾ ਨਹੀਂ। ਬਿਲਕੁਲ ਠੀਕ ਹੈ। ਇਹ ਚੀਜ਼ ਨੂੰ ਇੱਕ ਏਡੀ ਵੱਡੀ ਡਿਊਟੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵਜ਼ੀਰ ਹੋਵੇ ਗ੍ਰੰਥੀ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਦਾ, ਉਹ ਪਹਿਲੀ ਗੱਲ ਉਹ ਖੁਦ ਨਿਪੁੰਨ ਹੋਣਾ ਚਾਹੀਦਾ, ਮਰਜ਼ਾਦਾ ਦਾ ਉਹਨੂੰ ਪਤਾ ਹੋਣਾ ਚਾਹੀਦਾ, ਉਹਨੂੰ ਦਿਹਾੜਿਆਂ ਦਾ ਪਤਾ ਹੋਣਾ ਚਾਹੀਦਾ, ਉਹਨੂੰ ਨੌਲੇਜ ਹੋਣੀ ਚਾਹੀਦੀ ਹੈ। ਉਹ ਹਰ ਦਿਹਾੜੇ ਬਾਰੇ ਦੱਸੇ ਕਿ ਅੱਜ ਕਿਹੜਾ ਦਿਹਾੜਾ, ਹਰ ਦਿਹਾੜੇ ਬਾਰੇ ਉਹ ਅਰਦਾਸ ਕਰੇ। ਨਹੀਂ ਮਨਾ ਸਕਦੇ ਚੰਗੀ ਤਰ੍ਹਾਂ ਉਹ ਕਿਸੇ ਤਰੀਕੇ ਨਾਲ ਹੋਰ ਤਰੀਕੇ ਨਾਲ ਅਰਦਾਸ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਰਕੇ ਮੁੱਖ ਵਾਕ ਲੈ ਕੇ ਦੇਗ ਬਣਾ ਕੇ ਜੇ ਦਿਹਾੜਾ ਮਨਾਇਆ ਜਾਏ ਗੁਰੂ ਘਰ ਦੇ ਵਿੱਚ ਤੇ ਸਾਰੇ ਦਿਹਾੜਿਆਂ ਬਾਰੇ ਸ਼ਹੀਦਾਂ ਬਾਰੇ ਜਾਣਕਾਰੀ ਦਿੰਦਾ ਹੋਵੇ, ਉਹਨੂੰ ਪਤਾ ਹੋਵੇ ਕਿ ਸਾਡਾ ਕੀ ਮਤਲਬ ਧਰਮ ਹੈ, ਕਾਰਨ ਕੀ ਅਸਲ ਦੇ ਵਿੱਚ ਮੇਨ ਕਿ ਗ੍ਰੰਥੀ ਸਿੰਘ ਨੂੰ ਕਮੇਟੀਆਂ ਜਿਹੜੀਆਂ ਪਿੰਡਾਂ ਦੀਆਂ ਕਮੇਟੀਆਂ ਹੀ ਨਹੀਂ ਚਾਹ ਰਹੀਆਂ ਕਿ ਸਾਡੇ ਕੋਲ ਗ੍ਰੰਥੀ ਇਹੋ ਜਾਵੇ ਜੀ। ਕਿਉਂਕਿ ਜੇ ਗ੍ਰੰਥੀ ਸਿੰਘ ਆਊਗਾ ਤੇ ਗ੍ਰੰਥੀ ਸਿੰਘ ਜੇ ਇਦਾਂ ਦਾ ਗ੍ਰੰਥੀ ਸਿੰਘ ਆਊਗਾ ਤੇ ਉਹ ਸਿੱਖ ਕੇ ਕਿਸੇ ਵਿਦਿਆ ਲੈ ਕੇ ਕਿਸੇ ਜਥੇਬੰਦੀ ਚ ਆਊ, ਉਹ ਪਰਿਵਾਰ ਵਾਲਾ ਹੈ, ਉਹਦਾ ਪਿੱਛੇ ਪਰਿਵਾਰ ਬੈਠਾ, ਉਹਨੇ ਆਪਣੇ ਬੱਚਿਆਂ ਨੂੰ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਂਦਾ, ਸਕੂਲਾਂ ਦੀਆਂ ਐਡਮਿਸ਼ਨਾਂ ਕਿੰਨੀਆਂ ਨੇ, ਸਕੂਲਾਂ ਦੇ ਖਰਚੇ ਕਿੰਨੇ ਨੇ, ਪਰਿਵਾਰਾਂ ਦੇ ਖਰਚੇ ਕਿੰਨੇ ਨੇ, ਜਿੰਨੇ ਤੁਹਾਡੇ ਖਰਚੇ ਨੇ ਕਮੇਟੀ ਵਾਲਿਆਂ ਨੂੰ ਪੁੱਛਿਆ ਜਾਏ ਉਹਨੇ ਖਰਚੇ ਗ੍ਰੰਥੀ ਸਿੰਘ ਦੇ ਵੀ ਨੇ। ਬਿਲਕੁਲ ਸੰਕੋਚ ਕੇ ਵੀ ਕਰੇ ਉਹ ਖਰਚੇ ਤੇ ਉਹਦੇ ਖਰਚੇ ਬੜੇ ਬਣਦੇ ਨੇ ਜੀ। ਤੇ ਇਸ ਕਰਕੇ ਉਹਦੇ ਪਰਿਵਾਰ ਦਾ ਸਿਸਟਮ ਨੂੰ ਚਲਾਉਣ ਵਾਸਤੇ ਗ੍ਰੰਥੀ ਸਿੰਘ ਦੀ ਅੱਜ ਦੇ ਵਿੱਚ ਜੇ ਵੇਖ ਲਈ ਆਪਾਂ, ਗ੍ਰੰਥੀ ਸਿੰਘ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵਜ਼ੀਰ ਆ ਭਾਈ ਸਾਹਿਬ ਜੀ, ਪਰ ਪਿੰਡਾਂ ਦੇ ਵਿੱਚ ਨੌਕਰੀਆਂ ਕਰਨ ਵਾਲੇ ਇੱਕ 10 ਨੌਆਂ ਦੀ ਕਿਰਤ ਕਰਨ ਵਾਲਾ ਰਕਸ਼ੇ ਵਾਲਾ ਵੀ ਜਿਹੜਾ 5000 ਰੁਪਇਆ ਕਮਾ ਰਿਹਾ। ਬਿਲਕੁਲ ਠੀਕ ਹੈ ਜੀ। ਉਹਦੀ ਇਨਕਮ ਇੰਨੀ ਹੈ ਤੇ ਜੇ ਕੋਈ ਹੋਰ ਗੱਲ ਪਿੰਡਾਂ ਦੇ ਵਿੱਚ ਸਭ ਤੋਂ ਛੋਟੀ ਡਿਊਟੀ ਕਰਕੇ 10 ਨੌਆਂ ਦੀ ਕਿਰਤ ਕਰਕੇ ਇਹੋ ਜਿਹੀ ਕਿਰਤ ਕਰਨ ਵਾਲਾ ਵੀ 5000 7000 ਰੁਪਇਆ ਅੱਜ ਦੇ ਸਮੇਂ ਦੇ ਵਿੱਚ ਕਰਾਉਂਦਾ। ਪਰ ਪਿੰਡ ਦੇ ਪ੍ਰਬੰਧਕ ਕਮੇਟੀਆਂ ਨੇ ਜਿਹੜੀਆਂ ਉਹ ਕੋਸ਼ਿਸ਼ ਕਰਦੀਆਂ ਨੇ ਕਿ ਗ੍ਰੰਥੀ ਸਿੰਘ ਜਿਹੜਾ ਆਵੇ ਉਹਨੂੰ ਅਸੀਂ 3000 ਰੁਪਇਆ ਦੇ ਕੇ 4000 ਰੁਪਇਆ ਦੇ ਕੇ ਰੱਖ ਲਈਏ। ਫਿਰ ਜਦੋਂ ਗ੍ਰੰਥੀ ਸਿੰਘ ਨਹੀਂ ਮਿਲਦਾ ਫਿਰ ਪਿੰਡਾਂ ਦੇ ਵਿੱਚ ਜਿਹੜਾ ਬੰਦਾ ਕਹਿੰਦਾ ਕਿ ਹਾਂ ਮੈਂ ਰੁਜ਼ਗਾਰ ਆਪਣਾ ਚਲਾਉਣਾ, ਮਾਫ ਕਰਨਾ ਦੁੱਖ ਦੀ ਗੱਲ ਆ ਕਿ ਬਿਨਾਂ ਸੰਥਿਆ ਲਈ ਤੋਂ, ਬਿਨਾਂ ਵਿਦਿਆ ਸਿੱਖੇ ਤੋਂ, ਬਿਨਾਂ ਵਿਦਿਆ ਹਾਸਲ ਕੀਤੇ ਤੋਂ ਬਗੈਰ ਫਿਰ ਜਦੋਂ ਪਿੰਡਾਂ ਦੇ ਵਿੱਚੋਂ ਆਮ ਬੰਦਾ ਉੱਠ ਕੇ ਜਿਹੜਾ ਨਿਤਨੇਮ ਦੀ ਡਿਊਟੀ ਕਰ ਲੈਂਦਾ, ਜਿਹੜਾ ਮਤਲਬ ਹਾਂਜੀ ਸ਼ਾਮ ਨੂੰ ਪ੍ਰਕਾਸ਼ ਕਰ ਲੈਂਦਾ, ਵਾਹਿਗੁਰੂ ਸਵੇਰੇ ਪ੍ਰਕਾਸ਼ ਕਰ ਲੈਂਦਾ, ਅੰਮ੍ਰਿਤ ਵੇਲੇ ਸ਼ਾਮ ਨੂੰ ਸੁਖ ਆਸਨ ਕਰਨਾ ਜਾਣਦਾ, ਉਹਨੂੰ ਹੀ 3000 ਰੁਪਏ ਦੇ ਕੇ ਤੇ ਉਹਦੇ ਤੋਂ ਡਿਊਟੀ ਲਈ ਜਾਂਦੇ ਨੇ। ਬਿਲਕੁਲ ਜੀ ਬਿਲਕੁਲ। ਇਹ ਨੁਕਸਾਨ ਸਭ ਤੋਂ ਵੱਡਾ ਪਿੰਡਾਂ ਦੇ ਵਿੱਚ ਖੁਦ ਸੰਗਤਾਂ ਦੇ ਜਿਹੜੇ ਪ੍ਰਬੰਧਕ ਆਗੂ ਨੇ ਕਰ ਰਹੇ ਨੇ ਕਿ ਉਹਨੂੰ ਮਤਲਬ ਯੋਗ ਡਿਊਟੀ ਜਿਹੜਾ ਉਹ ਲਿਆ ਨਹੀਂ ਰਹੇ ਤੇ ਜਿਹੜਾ ਯੋਗ ਨਹੀਂ ਆ ਉਹਨੂੰ ਰੱਖ ਕੇ ਤੇ ਆਪਣਾ ਸਮਾਂ ਲੰਘਾ ਰਿਹਾ ਕਿ ਹਾਂ ਇਹਨੇ 3000 ਤੇ ਕੋਈ ਗੱਲ ਨਹੀਂ, ਇਹਨੇ ਮੰਨ ਜਾਣਾ ਤੇ ਚਲਾਈ ਜਾਓ ਕੰਮ। ਤੇ ਉਹ ਫਿਰ ਨਾ ਸੰਥਿਆ ਕਰਾਉਣ ਦੇ ਸਮਰੱਥ ਹੁੰਦਾ, ਨਾ ਉਹ ਸੇਧ ਦੇਣ ਦੇ ਸਮਰੱਥ ਹੁੰਦਾ ਤੇ ਨਾ ਉਹ ਕੁਝ ਦੱਸਣ ਦੇ ਸਮਰੱਥ ਹੁੰਦਾ, ਨਾ ਖੁਦ ਨਹੀਂ ਜਾਣਦਾ ਤੇ ਉਹ ਵੱਡਾ ਨੁਕਸਾਨ ਹੋ ਜਾਂਦਾ ਪਿੰਡਾਂ ਦੇ ਵਿੱਚ। ਗ੍ਰੰਥੀ ਸਿੰਘ ਦਾ ਯੋਗਦਾਨ ਹੋਣਾ ਚਾਹੀਦਾ, ਸੰਥਿਆ ਕਰਾਵੇ, ਬਾਣੀ ਪੜ੍ਹਾਵੇ, ਬੱਚਿਆਂ ਨੂੰ ਸੰਥਿਆ ਕਰਾਵੇ ਔਰ ਸਿੱਖ ਇਤਿਹਾਸ ਤੋਂ ਪ੍ਰਪੱਕ ਗੁਰੂ ਦੀ ਮਰਜ਼ਾਦਾ ਦੇ ਵਿੱਚ ਰਵੇ ਕਿ ਹਾਂ ਮੈਂ ਮਹਾਰਾਜ ਸਾਹਿਬ ਦੀ ਹਜ਼ੂਰੀ ਦਾ ਵਜ਼ੀਰ ਆ ਤੇ ਮੈਂ ਕਿਸੇ ਬੰਦੇ ਦਾ ਵਜ਼ੀਰ ਨਹੀਂ, ਪਹਿਲ ਮੈਂ ਗੁਰੂ ਦੀ ਮਰਜ਼ਾਦਾ ਰੱਖਣੀ ਆ ਤੇ ਫਿਰ ਮੈਂ ਗੱਲ ਦੂਜੀ ਕਰਾਂਗਾ ਕਿ ਕੀ ਪਰੰਪਰਾ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿੱਥੇ ਕਿੱਥੇ ਨਹੀਂ ਲਿਜਾਣਾ ਚਾਹੀਦਾ ਤੇ ਕਿੱਥੇ ਜਾਣਾ ਚਾਹੀਦਾ। ਬਿਲਕੁਲ ਠੀਕ ਹੈ ਜੀ। ਅਸੀਂ ਮੜੀਆਂ ਮਸਾਣਾ ਤੇ ਕਬਰਾਂ ਤੇ ਮਹਾਰਾਜ ਸਾਹਿਬ ਦਾ ਸਰੂਪ ਨਹੀਂ ਲਿਜਾਣਾ। ਗ੍ਰੰਥੀ ਸਿੰਘ ਇਹ ਪ੍ਰਪੱਕਤਾ ਰੱਖਦਾ ਹੋਵੇ, ਗ੍ਰੰਥੀ ਸਿੰਘ ਦੇ ਵਿੱਚ ਦ੍ਰਿੜਤਾ ਹੋਵੇ, ਗ੍ਰੰਥੀ ਸਿੰਘ ਚ ਗੁਰੂ ਤੇ ਵਿਸ਼ਵਾਸ ਹੋਵੇ ਕਿ ਮੈਨੂੰ ਦੇਣਾ ਗੁਰੂ ਨੇ ਆ ਤੇ ਜਦੋਂ ਵਿਸ਼ਵਾਸ ਕਮੇਟੀ ਤੇ ਰੱਖ ਲਏਗਾ, ਜਦੋਂ ਵਿਸ਼ਵਾਸ ਲੋਕਾਂ ਤੇ ਰੱਖ ਲਏਗਾ ਤੇ ਫਿਰ ਬਾਬਾ ਜੀ ਉਹ ਫਿਰ ਡਿਊਟੀ ਨਹੀਂ ਨਿਭਾ ਸਕਦਾ। ਬਿਲਕੁਲ ਜੀ। ਸੋ ਵੇਲਾ ਹੋ ਚੱਲਿਆ ਇੱਕ ਛੋਟੇ ਜਿਹੇ ਬ੍ਰੇਕ ਦਾ, ਛੇਤੀ ਮੁੜਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ, ਇੱਕ ਨਜ਼ਰ। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਸਿੰਘ ਸਾਹਿਬ ਜੀ, ਇੱਥੇ ਕਮੇਟੀ ਦੀ ਗੱਲ ਆਈ ਹੈ, ਮਹਾਰਾਜ ਦੇ ਸਰੂਪ ਲੈ ਕੇ ਜਾਣ ਦੀ ਗੱਲ ਆਈ ਹੈ ਵੱਖ-ਵੱਖ ਜਗ੍ਹਾ ਦੇ ਉੱਪਰ। ਕਈ ਵਾਰ ਆਮ ਦੇਖਣ ਨੂੰ ਮਿਲਦਾ ਕਿ ਕਮੇਟੀਆਂ ਕਹਿੰਦੀਆਂ ਨੇ ਕਿ ਠੀਕ ਹੈ ਬਾਬਾ ਜੀ ਤੁਸੀਂ ਅਨਾਉਂਸਮੈਂਟ ਕਰ ਦਿਓ ਜੀ ਫਲਾਣੇ ਪੀਰ ਦੀ ਜਗ੍ਹਾ ਦੇ ਉੱਪਰ ਲੰਗਰ ਹੈ ਜਾਂ ਉੱਥੇ ਮਹਾਰਾਜ ਦਾ ਸਰੂਪ ਜਾਏਗਾ, ਫਲਾਣੀ ਮਾਤਾ ਦੇ ਲੰਗਰ ਹੈ। ਇਹ ਗੱਲ ਕਿਤਨੀ ਕੁ ਜਾਇਜ਼ ਹੈ? ਇਹਦੇ ਵਿੱਚ ਕੌਣ ਸਹੀ ਹੈ, ਕਮੇਟੀ ਸਹੀ ਹੈ ਜਾਂ ਜਿਹੜਾ ਗ੍ਰੰਥੀ ਸਿੰਘ ਅਨਾਉਂਸਮੈਂਟ ਨਹੀਂ ਕਰਦਾ ਉਹ ਠੀਕ? ਕੀ ਕਹਿਣਾ ਚਾਹੁੰਦੇ ਹੋ? ਇਹ ਜੀ ਬਸ ਇੱਕ ਪੋਲੀਟੀਕਲ ਜਾਂ ਮਸਲੇ ਨੂੰ ਲੈ ਕੇ ਲੋਕ ਤੁਰ ਪੈਂਦੇ ਨੇ ਕਿ ਅਸੀਂ ਲੋਕਾਚਾਰੀ ਨੂੰ ਲੈ ਕੇ ਚੱਲਣਾ। ਕਮੇਟੀਆਂ ਜਿਹੜੀਆਂ ਲੋਕਾਂ ਦੇ ਨਾਲ ਉਹਨਾਂ ਨਾਲ ਜੁੜੀਆਂ ਹੁੰਦੀਆਂ ਨੇ
ਕਿ ਹਾਂ ਵੀ ਕੋਈ ਨਾ ਕਮੇਟੀ ਵਾਲਾ, ਉਹ ਕਮੇਟੀ ਮੈਂਬਰ ਜਿਹੜਾ ਉਹ ਪਿੰਡ ਦੇ ਵਿੱਚ ਵੀ ਕੋਈ ਉਹਦੇ ਕੋਲ ਅਹੁਦਾ ਹੁੰਦਾ ਤੇ ਉਹ ਲੋਕਾਂ ਦੇ ਨਾਲ ਆਪਣੇ ਕਈ ਮਸਲੇ, ਆਪਣੇ ਅੰਦਰ ਦੇ ਮਸਲਿਆਂ ਨੂੰ ਮੁੱਖ ਰੱਖ ਕੇ ਤੇ ਉਹ ਗ੍ਰੰਥੀ ਸਿੰਘ ਨੂੰ ਮਜਬੂਰ ਕਮੇਟੀਆਂ ਕਰਦੀਆਂ ਨੇ ਜੀ। ਕਮੇਟੀਆਂ ਦੇ ਪ੍ਰਬੰਧਕ ਹੁੰਦੇ ਆ, ਕਿਸੇ ਨਾ ਕਿਤੇ ਪਿਛਾਂਹ ਕਿਸੇ ਨਾਲ ਜੁੜੇ ਹੁੰਦੇ ਨੇ ਤੇ ਉਹ ਲੋਕਾਂ ਨੂੰ ਤੋੜਨਾ ਨਹੀਂ ਚਾਹੁੰਦੇ ਆਪਣੇ ਨਾਲੋਂ। ਜਿਹੋ ਜਿਹੇ ਵੀ ਲੋਕਾਂ ਦੀ ਸੋਚ, ਜਿਹੋ ਜਿਹੀ ਸੰਗਤਾਂ ਦੀ ਸੋਚ ਹੈ ਜਾਂ ਆਮ ਲੋਕਾਂ ਦੀ ਸੋਚ ਆ, ਤੇ ਜੇ ਕੋਈ ਉਹ ਪਤਤ ਵਾਲੇ ਪਾਸੇ ਤੁਰ ਰਿਹਾ, ਜੇ ਕੋਈ ਉਹ ਗੁਰਮਤ ਮਰਜ਼ਾਦਾ ਦੇ ਉਲਟ ਜਾਂਦਾ, ਉਹ ਗੁਰੂ ਘਰ ਨੂੰ ਚੰਗੀ ਤਰ੍ਹਾਂ ਨਹੀਂ ਸਮਝਦਾ ਗੱਲ ਨੂੰ, ਤੇ ਉਹ ਕਹਿੰਦਾ ਕਿ ਮੈਂ ਮਹਾਰਾਜ ਸਾਹਿਬ ਦਾ ਸਰੂਪ ਜੀ ਲਿਜਾਣਾ ਜ਼ਰੂਰ ਆ ਤੇ ਲਿਜਾਣਾ ਅਸੀਂ ਪੀਰ ਦੀ ਜਗ੍ਹਾ ਤੇ ਆ, ਤੇ ਕਮੇਟੀਆਂ ਫਿਰ ਗ੍ਰੰਥੀ ਸਿੰਘ ਨੂੰ ਮਜਬੂਰ ਕਰਦੀਆਂ ਨੇ। ਜਿਹੜਾ ਯੋਗ ਗ੍ਰੰਥੀ ਸਿੰਘ ਆ ਉਹ ਇਸ ਗੱਲ ਤੇ ਸਟੈਂਡ ਲੈ ਜਾਂਦਾ, ਤੇ ਜਿਹੜਾ ਕਮੇਟੀ ਨਾਲ ਰਲ ਕੇ ਚੱਲੇ ਕਿ ਜਿਸ ਤਰ੍ਹਾਂ ਜੀ ਮੈਨੂੰ 2 ਟਾਈਮ ਦਾ ਪ੍ਰਸ਼ਾਦਾ ਚਾਹੀਦਾ ਜੀ, ਮੈਨੂੰ ਤਾਂ ਬਸ ਕੋਈ ਗੱਲ ਨਹੀਂ ਜਿਸ ਤਰ੍ਹਾਂ ਦਾ, ਤੇ ਫਿਰ ਉਹ ਗ੍ਰੰਥੀ ਸਿੰਘ ਵੀ ਕੁਤਾਈ ਕਰ ਰਿਹਾ ਵਾ ਉਹਨਾਂ ਦੇ ਨਾਲ ਚੱਲ ਕੇ, ਲੇਕਿਨ ਹੈ ਬਿਲਕੁਲ ਗਲਤ। ਬਿਲਕੁਲ ਠੀਕ ਹੈ ਜੀ। ਸਿੰਘ ਸਾਹਿਬ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਸੀਂ ਟਕਸਾਲ ਦੀ ਵਿਦਿਆਰਥੀ ਰਹੇ ਹੋ, ਸੋ ਆਪਣੇ ਟਕਸਾਲ ਦੇ ਜੀਵਨ ਬਾਰੇ ਦੱਸੋ ਕਿ ਜਦੋਂ ਤੁਸੀਂ ਉੱਥੇ ਵਿਦਿਆਰਥੀ ਸੀ, ਉਸ ਤੋਂ ਬਾਅਦ ਜਦੋਂ ਤੁਸੀਂ ਵਿਦਿਆਲਾ ਛੱਡਿਆ, ਫਿਰ ਕਿਹੜੀ ਸੇਵਾਵਾਂ ਦੇ ਵਿੱਚ ਤੁਸੀਂ ਆਏ, ਕਿੱਦਾਂ ਫਿਰ ਅੱਗੇ ਤੁਹਾਡਾ ਜੀਵਨ ਵੱਧਦਾ ਗਿਆ? ਵੇਖੋ ਜੀ, ਦਮਦਮ ਟਕਸਾਲ ਦੇ ਵਿੱਚ 1993 ਦੇ ਵਿੱਚ ਉੱਥੇ ਜਿਹੜੀ ਹੈ ਪੜ੍ਹਾਈ ਸ਼ੁਰੂ ਕੀਤੀ ਸੀ ਤੇ 2004 ਬਾਬਾ ਠਾਕਰ ਸਿੰਘ ਜੀ ਦਮਦਮ ਟਕਸਾਲ ਦੇ ਮੁਖੀ ਜਦੋਂ ਸੱਚਖੰਡ ਚਲੇ ਗਏ, ਸਰੀਰ ਤਿਆਗ ਗਏ ਜਦੋਂ ਜੀ, 2004 ਤੋਂ ਬਾਅਦ ਫਿਰ ਸਾਨੂੰ ਪਿੰਡਾਂ ਦੇ ਵਿੱਚ ਵਿਚਰਨ ਦੇ ਵਾਸਤੇ ਅਸੀਂ ਆਪਣੇ ਮਨ ਦੇ ਵਿੱਚ ਇਹ ਕਿ ਅਸੀਂ ਗ੍ਰੰਥੀ ਸਿੰਘ ਦੀ ਜਾਂ ਕਥਾ ਦੀ ਜਿਹੜੀ ਵਿਦਿਆ ਲਈ ਆ ਉਹ ਡਿਊਟੀ ਵਾਸਤੇ ਕੁਝ ਪਰਿਵਾਰਕ ਵੀ ਮਸਲੇ ਕਿਸੇ ਕਾਰਨ ਕਰਕੇ ਕਿ ਅਸੀਂ ਪਿੰਡਾਂ ਦੇ ਵਿੱਚ ਵਿਚਰ ਕੇ, ਸੰਗਤਾਂ ਦੇ ਵਿੱਚ ਵਿਚਰ ਕੇ ਪ੍ਰਚਾਰ ਕਰ ਸਕੀਏ। ਵਿਦਿਆਰਥੀ ਤਾਂ ਦਮਦਮ ਟਕਸਾਲ ਦੇ ਹੀ ਆ, ਲੇਕਿਨ ਹੁਣ ਅਸੀਂ ਆਪਣੇ ਤੌਰ ਤੇ ਵਿਚਰ ਰਹੇ ਹਾਂ। ਹੁਣ ਅਸੀਂ ਜਥੇਬੰਦੀ ਦੇ ਲੋਗੋ ਦੇ ਨਾਲ ਨਹੀਂ, ਹੁਣ ਅਸੀਂ ਆਪਣੇ ਤੌਰ ਤੇ ਇੱਕ ਜਿਸ ਤਰ੍ਹਾਂ ਸੁਖਚੈਨ ਸਿੰਘ ਚੱਲਿਆ ਹੋਇਆ ਸਿੱਖ ਯੂਥ ਸੇਵਾ ਦਲ ਦਾ ਨਾਂ ਲੈ ਕੇ, ਇਦਾਂ ਕਰਕੇ ਹੁਣ ਅਸੀਂ ਪਿੰਡਾਂ ਦੇ ਵਿੱਚ ਵਿਚਰ ਰਹੇ ਹਾਂ। ਵਿਦਿਆਰਥੀ ਦਮਦਮ ਟਕਸਾਲ ਦੇ ਅਸੀਂ ਬਾਬਾ ਠਾਕਰ ਸਿੰਘ ਜੀ ਤੱਕ ਰਹੇ ਹਾਂ ਜੀ। ਸਿੰਘ ਸਾਹਿਬ ਜੀ, ਗੱਲ ਕਰਦੇ ਹਾਂ ਤੁਹਾਡੇ ਸੇਵਾ ਦਲ ਦੀ। ਕਿੰਨਾ ਕੁ ਚਿਰ ਹੋ ਗਿਆ ਆਪ ਜੀ ਦੇ ਸੇਵਾ ਦਲ ਨੂੰ ਸ਼ੁਰੂ ਹੋਏ, ਔਰ ਹਾਲੇ ਤੱਕ ਕਿੰਨੇ ਕੋ ਪਿੰਡ ਜਾਂ ਕਸਬੇ ਆਪ ਜੀ ਨੇ ਜਿਹੜੇ ਆ ਗੁਰਬਾਣੀ ਦੇ ਨਾਲ ਜੋੜੇ ਨੇ? ਅਸੀਂ ਵੈਸੇ ਤਾਂ ਜੀ ਆਰੰਭਤਾ ਕੀਤੀ ਹੈ, ਪਰ ਆਰੰਭਤਾ ਦੇ ਵਿੱਚ ਅਸੀਂ 5 ਪਿੰਡਾਂ ਨੂੰ ਅਸੀਂ ਤਕਰੀਬਨ ਕਲੀਅਰ ਕਰ ਲਿਆ। 5 ਪਿੰਡਾਂ ਦੇ ਵਿੱਚ ਜਾ ਕੇ ਤੇ ਉੱਥੇ ਜਾ ਕੇ ਸਾਨੂੰ ਤਕਰੀਬਨ 80 ਬੱਚੇ 85 ਬੱਚੇ। ਹਾਂ, ਇੱਕ ਗੱਲ ਸਭ ਤੋਂ ਵੱਡੀ ਆ ਕਿ ਜਦੋਂ ਅਸੀਂ ਜਾਂਦੇ ਆ ਸਾਨੂੰ ਇਹ ਚੀਜ਼ ਜ਼ਰੂਰ ਉਹਨਾਂ ਚੋਂ ਲੱਭਦੀ ਆ ਕਿ ਉਹਨਾਂ ਨੂੰ ਉਡੀਕ ਆ, ਉਹਨਾਂ ਦੇ ਅੰਦਰ ਉਡੀਕ ਆ, ਉਹਨਾਂ ਦੇ ਅੰਦਰ ਹੈ। ਮਾਪਿਆਂ ਦੇ ਅੰਦਰ ਵੀ ਅੱਜ ਦੇ ਸਮੇਂ ਨੂੰ ਮੁੱਖ ਰੱਖ ਕੇ ਬੱਚਿਆਂ ਦੇ ਬੱਚੇ ਜਿਹੜੇ ਨੇ 13 ਸਾਲ ਦਾ ਬੱਚਾ, 14 ਸਾਲ ਦਾ, 15 ਸਾਲ ਦਾ ਬੱਚਾ ਹੁੰਦਾ। ਦੁੱਖ ਦੀ ਗੱਲ ਇਹ ਆ ਕਿ ਅਜੇ ਵੀ ਪਿੰਡਾਂ ਦੇ ਵਿੱਚ ਜਿਹੜੇ ਵੱਡੇ ਲੋਕ ਨੇ, ਉਮਰਾਂ ਤੋਂ ਵੱਡੇ ਨੇ, ਜਾਂ ਉਹ ਮਤਲਬ 22 24 ਸਾਲ ਦਾ ਜਾਂ 26 ਸਾਲ ਦਾ, ਕਈਆਂ ਦੇ ਮਨਾਂ ਦੇ ਵਿੱਚ ਅਜੇ ਦਿਸਦਾ ਕਿ ਉਹਨਾਂ ਦੇ ਅੰਦਰ ਈਗੋ ਆ ਜਾਂ ਉਹਨਾਂ ਦੇ ਅੰਦਰ ਸ਼ਰਮ ਆ। ਉਹ ਪਾਸੇ ਬਹਿ ਕੇ 100 ਬੱਚਾ 80 ਬੱਚੇ ਛੋਟੇ ਛੋਟੇ 15 ਦਿਨਾਂ ਚ ਗੁਰਬਾਣੀ ਦੀ ਜਪਜੀ ਸਾਹਿਬ ਦੀ ਸੰਥਿਆ ਚ ਨਿਪੁੰਨ ਹੋ ਜਾਂਦੇ ਨੇ। ਉਹ ਸੰਥਿਆ ਕਰ ਲੈਂਦੇ ਨੇ, ਭੱਜ ਕੇ ਆਉਂਦੇ ਨੇ, ਟਾਈਮ ਨਾਲ ਆਉਂਦੇ ਨੇ, ਸਮੇਂ ਨਾਲ ਆਉਂਦੇ ਨੇ, ਆਣ ਕੇ ਸਿਮਰਨ ਕਰਦੇ, ਉੱਚੀ ਬੋਲਦੇ ਨੇ, ਬੜਾ ਵਧੀਆ ਗੁਰਬਾਣੀ ਦੇ ਵਿੱਚ ਜਿਸ ਤਰ੍ਹਾਂ ਬੁਲਾਇਆ ਜਾਂਦਾ ਉਨੇ ਧਿਆਨ ਨਾਲ ਉਹ ਲਗਨ ਨਾਲ ਪੜ੍ਹਦੇ ਨੇ। ਤੇ ਕੁਝ ਉਹ ਵੀ ਖੜੇ ਹੁੰਦੇ ਨੇ ਕਿ ਜਿਨ੍ਹਾਂ ਨੂੰ ਇਸ ਚੀਜ਼ ਵੱਲ ਵੇਖ ਕੇ ਤੇ ਬਸ ਸਾਈਡ ਤੋਂ ਵੇਖ ਕੇ ਮਹਿਸੂਸ ਕਰਦੇ ਨੇ ਕਿ ਹਾਂ ਇਹ ਕੀ ਹੋ ਰਿਹਾ, ਲੇਕਿਨ ਆਪਣੇ ਮਨ ਦੇ ਵਿੱਚ ਸਭ ਤੋਂ ਜ਼ਿਆਦਾ ਪਿਆਰ ਉਹਨਾਂ ਛੋਟੀ ਪਨੀਰੀ ਦੇ ਵਿੱਚ ਆ ਜਿਨ੍ਹਾਂ ਦੇ ਅੰਦਰ ਈਗੋ ਨਹੀਂ, ਜਿਨ੍ਹਾਂ ਦੇ ਅੰਦਰ ਸੰਥਿਆ ਕਰਨ ਦੀ ਸਮਰੱਥਾ ਹੈ। ਉਹ ਕੁਝ ਪ੍ਰਾਪਤ ਕਰ ਲੈਂਦਾ ਤੇ ਜਿਹੜਾ ਸ਼ਰਮ ਮਹਿਸੂਸ ਕਰਦਾ ਤੇ ਕਈ ਰਹਿ ਵੀ ਜਾਂਦੇ ਨੇ। ਬਿਲਕੁਲ ਠੀਕ ਹੈ ਜੀ, ਇਹ ਤਾਂ ਗੱਲ ਬਿਲਕੁਲ ਸੀਗਾ। ਜਿਸ ਇਨਸਾਨ ਨੇ ਸ਼ਰਮ ਕੀਤੀ, ਫਿਰ ਮੇਰੇ ਸਾਹਮਣੇ ਕਲਾਸ ਦੇ ਵਿੱਚ ਬੈਠਣਾ ਮਹਿਸੂਸ ਨਹੀਂ ਕਰਦੇ, ਮੈਂ ਛੋਟੇ ਬੱਚਿਆਂ 'ਚ ਕਿਉਂ ਬੈਠਾਂ। ਇਹੋ ਜਿਹੇ ਲੋਕ ਅਜੇ ਵੀ ਕਈ ਵਾਰ ਰਹਿ ਜਾਂਦੇ ਨੇ ਪਿੰਡਾਂ 'ਚ। ਪਰ ਬੱਚਿਆਂ ਨੂੰ ਜਿਹੜੀ ਸਫਲਤਾ, ਜਿਹੜੀ ਸਾਨੂੰ ਖੁਸ਼ੀ ਹੁੰਦੀ ਆ ਕਿ 15 ਦਿਨਾਂ ਦੇ ਵਿੱਚ ਬੱਚੇ ਕੁਝ ਨਾ ਕੁਝ ਜੇ ਪ੍ਰਾਪਤੀ ਕਰਕੇ ਜਦੋਂ ਸੰਪੂਰਨਤਾ ਵਾਲੇ ਦਿਨ ਫਿਰ ਉਹਨਾਂ ਨੂੰ ਇਨਾਮ ਦਾ ਵਗੈਰਾ ਜਿਹੜਾ ਉਹ ਪ੍ਰੋਗਰਾਮ ਕੀਤਾ ਜਾਂਦਾ, ਉਤਸ਼ਾਹਿਤ ਕੀਤਾ ਜਾਂਦਾ। ਸਾਰੇ ਬੱਚਿਆਂ ਨੂੰ ਜਿਹੜੇ ਨੇ ਉਹ ਇਨਾਮ ਦਿੱਤੇ ਜਾਂਦੇ ਨੇ। ਤੇ ਮਤਲਬ ਜਿਹੜੀਆਂ ਅੱਜ ਕੱਲ ਧਾਰਮਿਕ ਫਿਲਮਾਂ ਚੱਲਦੀਆਂ ਪਈਆਂ, ਜਿਵੇਂ 4 ਸਾਹਿਬਜ਼ਾਦੇ ਫਿਲਮ, ਜਿਹਦਾ ਬਹੁਤ ਵੱਡਾ ਅਸਰ ਪਿਆ ਪੰਜਾਬ ਦੇ ਵਿੱਚ ਤੇ ਸਾਰੀ ਦੁਨੀਆ ਤੇ ਬੜਾ ਵੱਡਾ ਅਸਰ, ਕਿਉਂਕਿ ਸੱਚ ਆ, ਸੱਚ ਹੈ। ਬਾਕੀ ਸਟੋਰੀਆਂ ਜਿੰਨੀਆਂ ਨੇ ਉਹ ਸਟੋਰੀਆਂ ਇੱਕ ਕਲਪਨਾ, ਲੇਕਿਨ ਇਹ ਸੱਚ ਆ। ਸੱਚ ਜਦੋਂ ਸਾਹਮਣੇ ਦਿਲਾਂ ਦੇ ਵਿੱਚ ਅੰਦਰ ਜਾਂਦਾ ਨਾ ਤੇ ਛੋਟੇ ਬੱਚੇ ਦੇ ਅੰਦਰ ਬੜੀ ਛੇਤੀ ਘਰ ਕਰ ਜਾਂਦਾ। ਤਾਂ ਕਰਕੇ ਉਹ ਅਖੀਰਲੇ ਦਿਨ ਫਿਲਮ ਦਾ ਵੀ ਪ੍ਰਬੰਧ ਕੀਤਾ ਜਾਂਦਾ ਜੀ, ਵਿਖਾਈ ਜਾਂਦੀ। ਬਹੁਤ ਵਧੀਆ ਜੀ। ਸਿੰਘ ਸਾਹਿਬ ਜੀ, ਗੱਲ ਕਰੀਏ ਮਾਲੀ ਸਹਾਇਤਾ ਦੀ, ਤੇ ਅੱਜ ਅਗਰ ਬਾਜ਼ਾਰ ਦੇ ਵਿੱਚ ਕੋਈ ਕਿਤਾਬ ਜਾਂ ਪੈਨ ਵੀ ਲੈਣ ਜਾਈਏ ਤਾਂ ਉਹ ਵੀ ਇੱਕ ਮੁੱਲ ਦਾ ਆਉਂਦਾ ਹੈ। ਮਹਿੰਗੇ ਭਾਅ ਦਾ ਪੈਟਰੋਲ ਹੈ, ਡੀਜ਼ਲ ਹੈ। ਆਪ ਜੀ ਇੰਨੇ ਦਿਨ ਪਿੰਡਾਂ ਦੇ ਵਿੱਚ ਵਿਚਰਦੇ ਹੋ, ਪਿੰਡ ਨੂੰ ਆਪ ਕਵਰ ਕਰਦੇ ਹੋ, ਸੋ ਜਿੰਨਾ ਵੀ ਖਰਚਾ ਹੁੰਦਾ ਹੈ ਇਹ ਕਿੱਥੋਂ ਪੂਰਾ ਕਰਦੇ ਹੋ?
ਇਹ ਤਾਂ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਤੱਕ ਕੇ ਅਰਦਾਸ ਕਰਕੇ ਤੁਰੇ ਸਾਂ, ਗੁਰੂ ਸਾਹਿਬ ਦਾ ਆਸਰਾ ਤੱਕ ਕੇ, ਕਿਉਂਕਿ ਮਹਾਰਾਜ ਦੀ ਗੱਲ ਜਿਹੜੀ ਹੈ, ਗੁਰੂ ਦੀ ਗੱਲ ਤੁਸੀਂ ਸਵਾਲ ਕੀਤਾ ਜੀ, ਤੇ ਮੇਰਾ ਸਵਾਲ ਦਾ ਜਵਾਬ ਦੇਣਾ ਫਿਰ ਫਰਜ਼ ਬਣਦਾ। ਮੇਰੇ ਮਾਤਾ ਪਿਤਾ ਜਿਹੜੇ ਨੇ, ਡੈਡੀ ਸਾਡੇ, ਪਿਤਾ ਜੀ ਸਾਡੇ, ਉਹ ਜੌਬ ਕਰਦੇ ਨੇ, ਉਹ ਜੌਬ ਕਰਦੇ ਨੇ, ਤੇ ਮੇਰਾ ਬੇਟਾ ਉਹਦੀ 6 ਸਾਲ ਦੀ ਏਜ ਆ, ਉਹ ਪੜ੍ਹਦਾ। ਇਸ ਕਰਕੇ ਉਹਨਾਂ ਦੇ ਮਤਲਬ ਪਿਤਾ ਜੀ ਹੋਣਾ ਦਾ ਯੋਗਦਾਨ ਜਿਹੜਾ ਸਭ ਤੋਂ ਵੱਡਾ, ਕਿ ਉਹ ਕਹਿ ਰਿਹਾ ਕਿ ਜੇ ਤੂੰ ਧਰਮ ਦੇ ਕੰਮ ਤੇ ਤੁਰ ਪਿਆ, ਜੇ ਭਾਵਨਾ ਰੱਖੀ ਹੈ ਸਿੱਖ ਯੂ ਸੇਵਾ ਦਲ ਬਣਾ ਕੇ ਜੇ ਤੁਸੀਂ ਤੁਰੇ ਹੋ, ਤੇ ਅਸੀਂ ਕਮਾਈ ਜਿਹੜੀ ਕਰਦੇ ਹਾਂ, ਤੇ ਕਮਾਈ ਬੱਚਿਆਂ ਵਾਸਤੇ ਵੀ ਕਰਦੇ ਹਾਂ, ਤੇ ਨਾਲ ਬੱਚਿਆਂ ਦੇ ਵਾਸਤੇ ਅਸੀਂ ਇੰਨਾ ਯੋਗ, ਤੇ ਜੇ ਬੱਚੇ ਧਰਮ ਦੇ ਵਾਸਤੇ ਤੁਰ ਪੈਣ ਤੇ ਸਾਡਾ ਯੋਗਦਾਨ ਚਾਹੀਦਾ। ਕੋਈ ਗੱਲ ਨਹੀਂ ਬੇਟਾ, ਅਸੀਂ ਤੇਰੇ ਬੱਚੇ ਨੂੰ ਜਿੰਨਾ ਕੁਝ ਹੋ ਸਕਿਆ ਸਾਰਾ ਕੁਝ, ਉਹ ਭਾਵੇਂ ਕਿ ਤੂੰ ਹੁਣ ਕਮਾਉਣਾ ਤੇਰਾ ਫਰਜ਼ ਬਣਦਾ ਸੀ, ਨੌਕਰੀ ਕਰਨਾ, ਡਿਊਟੀ ਕਰਨਾ ਤੇਰਾ ਫਰਜ਼ ਬਣਦਾ ਸੀ, ਠੀਕ ਆ, ਪਰ ਜੇ ਤੂੰ ਧਰਮ ਦੇ ਕੰਮ ਲਈ ਤੁਰ ਪਿਆ, ਤੂੰ ਜੌਬ ਛੱਡ ਦਿੱਤੀ ਆ, ਡਿਊਟੀ ਛੱਡ ਦਿੱਤੀ ਆ, ਗ੍ਰੰਥੀ ਸਿੰਘ ਦੀ ਡਿਊਟੀ ਚੋਂ ਜਾਂ ਕਥਾਵਾਚਕ ਦੀ ਡਿਊਟੀ ਚੋਂ ਨਿਕਲ ਕੇ ਪਿੰਡਾਂ 'ਚ ਤੁਰ ਪਿਆ, ਤੇ ਪਿੰਡਾਂ ਦੇ ਵਿੱਚੋਂ ਤੈਨੂੰ ਮਾਨ ਸਤਿਕਾਰ ਮਿਲੇ ਜੀ ਸਦਕੇ, ਕਿਉਂਕਿ ਕਾਰਜ ਜਿਹੜੇ ਚੱਲਦੇ ਨੇ, ਮਤਲਬ ਉਹਦੇ ਵਿੱਚ ਤੇਲ ਪੈਣਾ, ਗੱਡੀਆਂ ਦੇ ਵਿੱਚ ਅਪ ਡਾਊਨ ਕਰਨਾ, ਹਾਂਜੀ ਮੋਟਰਸਾਈਕਲ ਆ, ਗੱਡੀ ਆ, ਕੋਈ ਵੀ ਅਪ ਡਾਊਨ ਕਰਨਾ, ਉਹਦੇ ਵਿੱਚ ਖਰਚੇ ਜਿਹੜੇ ਹੁੰਦੇ ਨੇ, ਉਹ ਖਰਚੇ ਜੇ ਤਾਂ ਸੰਗਤ ਖਰਚੇ ਦੇ ਵਿੱਚ ਤੁਹਾਡਾ ਯੋਗਦਾਨ ਪਾਵੇ ਤੇ ਚਲੋ ਚੰਗੀ ਗੱਲ ਹੈ, ਧਰਮ ਦੇ ਕਰਮ 'ਚ ਜੋ ਵੀ ਯੋਗਦਾਨ ਪਾ ਸਕਦਾ, ਪਰ ਪਿੱਛੇ ਪਰਿਵਾਰ ਦੀ ਟੈਨਸ਼ਨ ਨਹੀਂ ਲੈਣੀ, ਬੱਚਿਆਂ ਦੀ ਟੈਨਸ਼ਨ ਨਹੀਂ ਲੈਣੀ। ਉਹਦੇ ਵਿੱਚ ਅਸੀਂ ਤੇਰਾ ਯੋਗਦਾਨ ਜਿੰਨਾ ਕੁ ਹੋ ਸਕਿਆ ਸਾਡੇ ਵੱਲੋਂ ਅਸੀਂ ਪਾਉਂਦੇ ਰਵਾਂਗੇ। ਤੇਰਾ ਕੰਮ ਜਿਹੜਾ ਧਰਮ ਦਾ ਕੰਮ ਕਰਨ ਲਈ ਤੁਰਿਆ, ਇਹਦੇ ਵਿੱਚ ਸਾਡਾ ਵੀ ਯੋਗਦਾਨ ਪੈ ਜਾਣਾ ਚਾਹੀਦਾ। ਇਸ ਕਰਕੇ ਮਾਪਿਆਂ ਦਾ ਸਹਿਯੋਗ ਆ, ਤੇ ਬਾਕੀ ਇੱਕ ਕਾਰਜ ਆਰੰਭ ਕਰਨ ਕਰਕੇ ਸੰਗਤਾਂ ਤੱਕ ਅਜੇ ਗੱਲ ਨਾ ਜਿਆਦੀ ਮਤਲਬ ਜਾਣ ਕਰਕੇ, ਤੇ ਜਿਵੇਂ ਕਹਿ ਦਿੰਦੇ ਆ ਵੀ ਯੋਗਦਾਨ ਦੇ ਵਾਸਤੇ ਪਿੰਡਾਂ ਦੇ ਵਿੱਚ ਜਿੰਨਾ ਕੁ ਉਤਸ਼ਾਹ ਬੱਚਿਆਂ 'ਚ ਹੁੰਦਾ, ਉਹਨਾਂ ਦੇ ਮਾਪਿਆਂ ਦੇ ਜਾਂ ਪ੍ਰਬੰਧਕ ਜਿਹੜੇ ਨੇ, ਉਹ ਤੇਲ ਦਾ ਖਰਚਾ ਵੀ ਆਉਣ ਜਾਣ ਦਾ ਜਿਹੜਾ ਕਈ ਵਾਰ ਅਖੀਰਲੇ ਦਿਨ ਫਿਰ ਉਹ ਕਹਿ ਦਿੰਦੇ ਕਿ ਹਾਂ ਬਾਬਾ ਜੀ ਤੇਲ ਦਾ ਖਰਚਾ ਤੇਲ ਦਾ ਖਰਚਾ ਲੈ ਲਈਦਾ ਜੀ। ਜੀ ਬਿਲਕੁਲ, ਹਾਂ ਵੀ ਤੇਲ ਧਰਮ ਦੇ ਕੰਮ ਲਈ ਤੁਰੇ ਆ, ਤੇ ਹੋਰ ਕੋਈ ਮਤਲਬ ਡਿਊਟੀ ਨਹੀਂ, ਹੋਰ ਕੋਈ ਕਾਰਜ ਨਹੀਂ, ਤੇ ਜੇ ਤੁਸੀਂ ਹਾਂ ਪਵਾ ਸਕਦੇ ਆ ਠੀਕ ਆ, ਲੇਕਿਨ ਦਮਦਮੀ ਟਕਸਾਲ ਦਾ ਅਸੂਲ ਆ, ਸਾਡੀ ਭੇਟਾ ਨਹੀਂ ਕੋਈ ਹੁੰਦੀ। ਇਹ ਅਸਲ ਗੱਲ ਸਹੀ ਮਾਇਨਿਆਂ ਦੇ ਵਿੱਚ ਵਿਦਿਆਰਥੀ ਮੈਂ ਦਮਦਮੀ ਟਕਸਾਲ ਦਾ ਹੋਣ ਕਰਕੇ, ਕਿ ਦਮਦਮੀ ਟਕਸਾਲ ਮੂੰਹੋਂ ਨਹੀਂ ਕਹਿੰਦੀ ਕਿ ਸਾਨੂੰ ਤੁਰ ਲੱਗਿਆ ਕਿ ਹਾਂਜੀ ਭਾਵੇਂ ਰਾਗੀ ਸਿੰਘ ਆ, ਭਾਵੇਂ ਕਥਾਵਾਚਕ ਆ, ਅਸਲ ਅਸੂਲ ਜਿਹੜਾ ਕਿ ਹਾਂ ਜੀ ਸਾਡਾ ਜੀ 3100 ਆ ਜੀ, ਸਾਡਾ ਜੀ 5100 ਆ ਜੀ, ਨਹੀਂ ਜੀ ਆ ਗੱਡੀ ਆਈ, ਗੱਡੀ ਦਾ ਢਿੱਡ ਭਰੋ, ਕੋਈ ਗੱਲ ਨਹੀਂ, ਠੀਕ ਹੈ, ਸਾਡਾ ਚੱਲਦਾ ਰਹੂ, ਕੋਈ ਗੱਲ ਨਹੀਂ, ਇਹ ਪਿੰਡ ਦੇ ਵਿੱਚ ਜਾ ਸਕੇ, ਅਗਲੇ ਪਿੰਡ 'ਚ ਅਸੀਂ ਜਾ ਸਕੀਏ ਤਾਂ ਕਰਕੇ। ਵਾਹ ਜੀ ਵਾਹ, ਵਾਕਈ ਬੜੀ ਵੱਡੀ ਗੱਲ ਤੁਸੀਂ ਕੀਤੀ ਹੈ। ਪਰ ਮੈਂ ਇੱਥੇ ਇੱਕ ਗੱਲ ਕਰਾਂਗਾ ਕਿ ਕਈ ਸੰਸਥਾਵਾਂ ਹੈਗੀਆਂ ਨੇ, ਕਈ ਸੰਪਰਦਾਵਾਂ ਹੈਗੀਆਂ ਨੇ, ਸਾਡੀ SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹੈਗੀ ਹੈ, ਤਰ੍ਹਾਂ ਤਰ੍ਹਾਂ ਦੇ ਕੀਰਤਨ ਦਰਬਾਰ ਹੋ ਰਹੇ ਨੇ, ਪ੍ਰਚਾਰ ਹੋ ਰਹੇ ਨੇ, ਢਾਡੀ ਦਰਬਾਰ ਹੋ ਰਹੇ ਨੇ, ਰਾਗ ਦਰਬਾਰ ਹੋ ਰਹੇ ਨੇ, ਇਹਨਾਂ ਦਾ ਕਿੰਨਾ ਕੁ ਅਸਰ ਪਿੰਡ ਦੇ ਬੱਚਿਆਂ ਦੇ ਉੱਪਰ ਹੈ? ਤੁਸੀਂ ਪਿੰਡਾਂ ਦੇ ਵਿੱਚ ਘੁੰਮਦੇ ਹੋ, ਕੀ ਕਹਿਣਾ ਚਾਹੋਗੇ? ਪਿੰਡਾਂ ਦੇ ਵਿੱਚ ਜਿਸ ਪਿੰਡ ਦੇ ਵਿੱਚ ਜਾਈਦਾ, ਅਸਲ ਦੇ ਵਿੱਚ ਜਿੱਥੇ ਖੁਸ਼ੀ ਹੋਣੀ ਚਾਹੀਦੀ ਹੈ, ਜਾਂਦਿਆਂ ਸਭ ਤੋਂ ਪਹਿਲਾਂ ਦਿਲ ਕੰਬ ਜਾਂਦਾ ਜਦੋਂ ਪਿੰਡਾਂ ਦੇ ਵਿੱਚ ਬੱਚਿਆਂ ਦੇ ਵਿੱਚੋਂ ਇਦਾਂ ਦੇਖੀਦਾ ਕਿ ਜਿੱਦਾਂ ਇੱਥੇ ਕੋਈ ਦੁਨੀਆ ਤੇ ਇਸ ਪਿੰਡ ਦੇ ਵਿੱਚ ਕੋਈ ਆਇਆ ਹੀ ਨਹੀਂ ਹੁੰਦਾ। ਅੱਛਾ ਜੀ। ਪ੍ਰਚਾਰ ਜ਼ਰੂਰ ਹੈ, ਕਥਾਵਾਚਕ ਕਥਾ ਕਰਨ ਆਉਂਦੇ ਨੇ, ਸਮਾਗਮ ਹੁੰਦੇ ਨੇ ਜੀ, ਉਹਦੇ ਤੇ ਪੈਸਾ ਵੀ ਲਾਇਆ ਜਾਂਦਾ, 3-3 ਲੱਖ ਰੁਪਇਆ, 4-4 ਲੱਖ ਰੁਪਇਆ ਲਾ ਕੇ, ਤੇ ਉਤਸ਼ਾਹ ਨਾਲ ਪ੍ਰਬੰਧਕ ਲੋਕ ਪਿੰਡਾਂ ਦੇ ਸਮਾਗਮ ਕਰਾਉਂਦੇ ਨੇ, ਲੇਕਿਨ ਸਮਾਗਮਾਂ ਦਾ ਅਸਰ ਸਿਆਣੇ ਲੋਕਾਂ ਤੇ ਆ, ਕਥਾ ਦਾ ਅਸਰ ਕਵੀਸ਼ਰਾਂ ਦਾ ਢਾਡੀ ਆਉਂਦੇ ਨੇ ਜਿਹੜੇ, ਤੇ ਉਹ ਮਤਲਬ ਉਹਨਾਂ ਦਾ ਅਸਰ, ਉਹ ਕੀਤੇ ਹੋਏ ਖਰਚੇ ਦਾ ਅਸਰ ਜਿਹੜਾ ਉਹ ਸਿਆਣੇ ਲੋਕਾਂ ਤੇ ਆ। ਨੌਜਵਾਨ ਜਨਰੇਸ਼ਨ ਆ ਜਿਹੜੀ ਉਹ ਬਾਹਰ ਖੜ ਜਾਂਦੀ ਆ ਜੀ। ਜਿਹੜੇ ਬੱਚੇ ਇੰਨੀ ਗੱਲ ਸੁਣਦੇ, ਕਥਾ ਸੁਣਦੇ, ਉਹਨਾਂ ਦੀ ਜਿਹੜੀ ਆ ਸੋਚਣੀ ਜਿਹੜੀ ਇੰਨੀ ਉੱਚੀ ਨਹੀਂ ਹੁੰਦੀ ਕਿ ਬੱਚੇ ਉਹ ਬੈਠ ਕੇ ਸੁਣ ਸਕਣ। ਇਸ ਕਰਕੇ ਬੱਚਿਆਂ ਵਾਸਤੇ ਜਿਹੜਾ ਸਭ ਤੋਂ ਵੱਡਾ ਯੋਗਦਾਨ ਹੈ ਉਹ ਹੈ ਕਿ ਬਿਠਾ ਕੇ ਕੋਈ 10 ਦਿਨ ਉਹਨਾਂ ਨੂੰ ਪੜ੍ਹਾਇਆ ਜਾਏ, ਤੇ ਫਿਰ ਇਸ ਪਾਸੇ ਆ ਸਕਦੇ ਨੇ, ਫਿਰ ਉਹ ਇਹ ਰਾਹ ਅਪਣਾ ਸਕਦੇ ਨੇ। ਪਹਿਲਾਂ ਉਹਨਾਂ ਨੂੰ ਇਸ ਲਈ ਤੋਰ ਕੇ ਇੱਕ ਕਲਾਸ ਦੇ ਰੂਪ ਦੇ ਵਿੱਚ ਬਿਠਾਇਆ ਜਾਏ, ਪਨੀਰੀ ਸਾਡੀ ਇਸ ਪਾਸੇ ਤੁਰ ਪਵੇ। ਇਹ ਪਨੀਰੀ ਦੇ ਵਿੱਚ ਅੱਜ ਜਦੋਂ ਪਿੰਡਾਂ 'ਚ ਜਾਈਦਾ, ਵੈਸੇ ਦੁੱਖ ਮਹਿਸੂਸ ਹੁੰਦਾ ਕਿ ਘਾਟ ਹੈ ਜੀ, ਕਿਸੇ ਵੀ ਪੱਖ ਤੋਂ ਲੈ ਲਈਏ ਘਾਟ ਹੀ ਮਹਿਸੂਸ ਹੋ ਰਹੀ ਹੈ। ਬਿਲਕੁਲ ਜੀ, ਬਿਲਕੁਲ। ਸੋ ਸਿੰਘ ਸਾਹਿਬ ਜੀ, ਤੁਸੀਂ ਗੱਲ ਕੀਤੀ ਦਮਦਮੀ ਟਕਸਾਲ ਦੀ, ਤੁਸੀਂ ਵਿਦਿਆਰਥੀ ਰਹੇ ਹੋ, ਮੈਂ ਇੱਥੇ ਇੱਕ ਸਵਾਲ ਕਰਨਾ ਚਾਹਾਂਗਾ। ਇੱਕ ਸਿੱਖਾਂ ਦੇ ਜੇਕਰ ਮੁੱਦਿਆਂ ਦੀ ਗੱਲ ਕਰੀਏ ਤਾਂ ਮੁੱਦੇ ਬਹੁਤ ਨੇ ਇਸ ਵੇਲੇ, ਘਟਨਾਵਾਂ ਦੀ ਗੱਲ ਕਰੀਏ ਤਾਂ ਇਸ ਵੇਲੇ ਘਟਨਾਵਾਂ ਵੀ ਇੰਨੀਆਂ ਨੇ ਕਿ ਨੱਕੋ ਨੱਕ ਭਰਿਆ ਹੋਇਆ ਕੜਾ। ਆਉਣ ਵਾਲੇ ਸਮੇਂ ਦੇ ਵਿੱਚ ਇੱਕ 2020 ਨਾਮ ਦਾ ਰੈਫਰੈਂਡਮ ਹੋਣ ਜਾ ਰਿਹਾ ਖਾਲਿਸਤਾਨ ਨੂੰ ਲੈ ਕੇ, ਉਹਦੇ ਬਾਰੇ ਆਪ ਜੀ ਦੇ ਕੀ ਵਿਚਾਰ ਨੇ? ਉਹਦੇ ਬਾਰੇ ਜੀ ਵੇਖੋ, ਮੈਂ ਦਮਦਮੀ ਟਕਸਾਲ ਦਾ ਵਿਦਿਆਰਥੀ ਹਾਂ, ਮੇਰੇ ਤੋਂ ਤੁਸੀਂ ਸਵਾਲ ਕਰੋ, ਸਵਾਲ ਕਰਨ ਤੋਂ ਪਹਿਲਾਂ ਤੁਸੀਂ ਉਦਾਂ ਦੇਖੋ ਕਿ ਮੈਂ ਵਿਦਿਆਰਥੀ ਜਦੋਂ ਦਮਦਮੀ ਟਕਸਾਲ ਦਾ, ਤੇ ਮੈਂ ਇਹਨਾਂ ਚੀਜ਼ਾਂ ਦੇ ਹੱਕ 'ਚ ਕਿਉਂ ਨਾ ਹੋਊਗਾ। ਬਿਲਕੁਲ ਠੀਕ ਹੈ ਜੀ। ਸੋ ਕੀ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਰੁਖ ਬਣੇਗਾ? ਕਲਗੀਆਂ ਵਾਲੇ ਪਾਤਸ਼ਾਹ ਕਿਰਪਾ ਕਰਨ, ਗੁਰੂ ਸਮਰੱਥਿਆ, ਗੁਰੂ ਨੂੰ ਪਾਇਆ, ਹਾਂ ਇੰਨਾ ਜ਼ਰੂਰ ਆ
ਕਿ ਸੰਸਾਰ ਦੇ ਵਿੱਚ ਦੁਨੀਆ ਦੇ ਵਿੱਚ ਜਦੋਂ ਕਿਸੇ ਵੀ ਚੀਜ਼ ਦਾ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਮਾਂ ਇਹੋ ਜਿਹਾ ਆ ਰਿਹਾ, ਜੀ ਜਦੋਂ ਅੱਤ ਹੁੰਦਾ ਨਾ, ਤੇ ਅੱਤ ਦੇ ਵਿੱਚ ਤੇ ਅੰਤ ਦੇ ਵਿੱਚ ਫਰਕ ਕੋਈ ਨਹੀਂ। ਅਦਕ ਨਹੀਂ ਬਸ ਆਪਣੀ ਪਲਟੀ ਮਾਰਨੀ ਤੇ ਉਹਨੇ ਟਿੱਪੀ ਬਣ ਜਾਣਾ ਤੇ ਫਿਰ ਅੰਤ ਆ ਜਾਂਦਾ। ਵਾਹ ਜੀ ਵਾਹ, ਬਾਕੀ ਬੜੀ ਵੱਡੀ ਗੱਲ ਕੀਤੀ ਤੁਸੀਂ ਕਿ ਸਿਰਫ ਇੱਕ ਅਦਕ ਦਾ ਹੀ ਫਰਕ ਹੈ, ਉਹ ਜਦੋਂ ਪੁੱਠੀ ਹੋ ਜਾਣੀ ਹੈ ਤੇ ਉਹ ਅੱਤ ਤੋਂ ਅੰਤ ਬਣ ਜਾਣਾ ਹੈ। ਅੰਤ ਬਣ ਜਾਂਦਾ। ਇਸ ਕਰਕੇ ਜੇ ਪਾਪ ਹੋਊਗਾ, ਗੁਨਾਹ ਹੋਊਗਾ, ਜੇ ਨੁਕਸਾਨ ਹੁੰਦੇ ਨੇ ਤੇ ਉਹਦਾ ਫਿਰ ਗੁਰੂ ਸਮਰੱਥ ਹੈ, ਫਿਰ ਉਹ ਵੇਂਦਾ ਵਾਗਡੋਰ ਉਹਦੇ ਹੱਥ ਦੇ ਵਿੱਚ ਹੈ। ਵਾਹ ਜੀ ਵਾਹ। ਸਿੰਘ ਸਾਹਿਬ ਜੀ, ਸਮਾਂ ਆਪਣੀ ਰਫ਼ਤਾਰ ਦੇ ਨਾਲ ਚੱਲ ਰਿਹਾ, ਸਮੇਂ ਸਾਨੂੰ ਇਜਾਜ਼ਤ ਨਹੀਂ ਦੇ ਰਹੇ ਕਿ ਅਸੀਂ ਆਪ ਜੀ ਦੇ ਨਾਲ ਗੁਰਮਤਿ ਦੀਆਂ ਹੋਰ ਸਾਂਝਾ ਪਾਈਏ, ਪਰ ਫਿਰ ਵੀ ਮੈਂ ਜਾਂਦੇ ਜਾਂਦੇ ਇਹ ਪੁੱਛਣਾ ਚਾਹਾਂਗਾ ਵੀ ਸਿੱਖ ਯੂਥ ਸੇਵਾ ਦਲ ਦੇ ਆਉਣ ਵਾਲੇ ਜਿਹੜੇ ਕਾਰਜ ਨੇ ਉਹ ਕਿਹੜੇ-ਕਿਹੜੇ ਨੇ, ਕਿਹੜੇ-ਕਿਹੜੇ ਹੋਰ ਕਾਰਜ ਮੰਤਵ ਲੈ ਕਰਕੇ ਅਗਾਂਹ ਨੂੰ ਫਿਊਚਰ ਦੇ ਵਿੱਚ, ਭਵਿੱਖ ਦੇ ਵਿੱਚ ਸਿੱਖ ਯੂਥ ਸੇਵਾ ਦਲ ਕੰਮ ਕਰੇਗੀ? ਗੁਰੂ ਸਾਹਿਬ ਦੀ ਕਿਰਪਾ ਤਾਂ ਹੈ ਹੀ ਹੈ, ਕਿਰਪਾ ਤੋਂ ਬਗੈਰ ਤਾਂ ਕਦਮ ਨਹੀਂ ਪੁੱਟਿਆ ਜਾਂਦਾ ਜੀ। ਬਾਕੀ ਸੰਗਤਾਂ ਦਾ ਇਦਾਂ ਸਹਿਯੋਗ ਰਿਹਾ, ਸੰਗਤਾਂ ਦਾ ਸਹਿਯੋਗ ਰਿਹਾ, ਸਾਰੀ ਸੰਗਤ ਦੇ ਸਹਿਯੋਗ ਨਾਲ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ। ਸੰਗਤਾਂ ਦੇ ਸਹਿਯੋਗ ਨਾਲ ਤੁਰੇ ਆ, ਗੁਰੂ ਸਾਹਿਬ ਦੇ ਆਸਰੇ ਨਾਲ ਤੁਰੇ ਆ। ਜਿੰਨਾ ਸੰਗਤਾਂ ਦਾ ਸਹਿਯੋਗ ਰਿਹਾ ਇਹ ਕਾਰਜ ਦੇ ਵਿੱਚ, ਜਿਸ ਤਰ੍ਹਾਂ ਲੋੜ ਹੈ, ਜਿਸ ਤਰ੍ਹਾਂ ਪ੍ਰੋਜੈਕਟਰ ਲੈ ਕੇ ਜਾਣਾ, ਜਿਸ ਤਰ੍ਹਾਂ ਅਸੀਂ ਮਤਲਬ ਕਾਰਜ ਲੈ ਕੇ ਤੁਰਦੇ ਆ, ਜਿੰਨਾ ਸੰਗਤਾਂ ਦਾ ਸਹਿਯੋਗ ਮਿਲੂਗਾ ਓਨਾ, ਜਿੰਨਾ ਅੰਦਰ ਚਾਹ ਨੂੰ ਲੈ ਕੇ ਤੁਰੇ ਆ ਓਨੀ ਚੀਜ਼ ਵੱਧਦੀ ਜਾਊਗੀ ਜੀ। ਤੇ ਪਿੰਡਾਂ ਦੇ ਵਿੱਚ ਤੁਰੇ ਰਵਾਂਗੇ, ਸੰਗਤਾਂ ਦੇ ਸਹਿਯੋਗ ਦੀ ਲੋੜ ਹੈ ਜੀ। ਬਿਲਕੁਲ ਜੀ। ਸੋ ਇਹ ਸਨ ਸੁਖਚੈਨ ਸਿੰਘ ਗੋਪਾਲਾ ਜੀ, ਜੋ ਪਿੰਡਾਂ ਪਿੰਡ ਜਾ ਕਰਕੇ ਆਪਣੇ ਸੇਵਾ ਦਲ ਦੇ ਨਾਲ ਬੱਚਿਆਂ ਦੇ ਵਿੱਚ, ਨੌਜਵਾਨਾਂ ਦੇ ਵਿੱਚ ਦਸਤਾਰ ਅਤੇ ਗੁਰਬਾਣੀ ਦੀ ਅਹਿਮੀਅਤ ਭਰਦੇ ਨੇ ਔਰ ਉਹਨਾਂ ਨੂੰ ਦਸਤਾਰ ਅਤੇ ਗੁਰਬਾਣੀ ਦੇ ਨਾਲ ਜਾਣੂ ਕਰਵਾਉਂਦੇ ਨੇ। ਜਿੱਥੇ ਗੁਰਬਾਣੀ ਦੀ ਸਿੱਖਿਆ ਦਿੰਦੇ ਨੇ ਉੱਥੇ ਹੀ ਦਸਤਾਰ ਦੀ ਅਹਿਮੀਅਤ ਵੀ ਸਮਝਾਉਂਦੇ ਨੇ। ਸੋ ਪਰਮਾਤਮਾ ਕਿਰਪਾ ਕਰੇ, ਇਹਨਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰੇ, ਤਾਂ ਜੋ ਇਹ ਹਮੇਸ਼ਾ ਵੱਖ-ਵੱਖ ਪਿੰਡਾਂ ਕਸਬਿਆਂ ਦੇ ਵਿੱਚ ਜਾ ਕਰਕੇ ਗੁਰੂ ਅਤੇ ਗੁਰਬਾਣੀ ਅਤੇ ਗੁਰੂਆਂ ਦੀ ਸਿੱਖਿਆ ਨੂੰ ਇਸੇ ਤਰ੍ਹਾਂ ਵੰਡਦੇ ਰਹਿਣ। ਸੋ ਸਿੰਘ ਸਾਹਿਬ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ, ਸਾਡੇ ਨਾਲ ਗੁਰਬਾਣੀ ਦੇ ਨਾਲ ਸੰਥਿਆ ਦੀਆਂ ਗੱਲਾਂ ਕੀਤੀਆਂ, ਦਸਤਾਰ ਦੀਆਂ ਗੱਲਾਂ ਕੀਤੀਆਂ ਔਰ ਗੁਰਬਾਣੀ ਦੀਆਂ ਇਹਨਾਂ ਸਾਰੀਆਂ ਗੱਲਾਂ ਦੀ ਸਾਂਝ ਪਾਈ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਨਜ਼ਰ, ਇੱਕ ਨਜ਼ਰ।